गुर प्रसाद जप आद सच जुगाद सच है भी सच नानक होसी भी सच चक्र चिन्ह हर बरन जात हर पात नहन जेह रूप रंग हर रेख पेख को कहना सकत केह अचल मूरत अनभव प्रकाश हमें तोज कह जाय कोट हिंदर इंद्राण साहे साहण गणज त्रिभुवन महीप सुर नर असुर नेत नेत बन तृण कहत त्वै सर्ब नाम कथै कवन कर्म नाम बरनत सुमत तुम चंदन हम इरंड बापुरे संग तुम्हारे बासा नीच रूखते ऊंच पए है गंध सुगंध निवासा माधो सतसंगत शरण तुम्हारी हम अवगुण तुम उपकारी तुम मखतूल सपेद सपीयल हम बपुरे जस कीरा सतसंगत मिल रही है माधो जैसे मदप मुखीरा जाति ओछा पाती ओछा ओछा जन्म हमारा राजा राम की सेवना कीनी कह रविदास चमारा कबीर चंदन का बिरवा पला
बेड़े ढाक पलास हुए पी चंदन हुए रहे बसै जो चंदन पास मूक उचरै शास्त्र खट पिंग गिरन चढ़ जाए अंध लखै बदरो सुनै जो काल कृपा कराए अमें दृष्ट शुभ करै हरै अग पाप सकल मल काम क्रोध अर लोभ मोह वस करै सबै बल सदा सुख मन वसै दुख संसार खोवै गुर नव निध दरिया जन्म हम कालख तोवै सुकहो टल गुर सेवियै अहनिस सहज सुभाए दर्शन परसै गुरु कै जन्म मरण दुख जाय दर्शन परसै गुरु कै जन्म मरण दुख जाय। सतनाम श्री वाहिगुरु साहिब जी। महला दूजा। दिसै सुनिए जानिए सलोक महला दूजा। अखी बाजो वेखना विण कन्ना सुनना पैरा बाजो चलना विण हथा करना। अखी बाजो वेखना विण कन्ना सुनना पैरा बाजो चलना विण हथा करना। जीभै बाजो बोलना एवं जीवत मरना। नानक हुक्म पछाण कै तो खसमै मिलना। जीभै बाजो बोलना एवं जीवत मरना। नानक हुक्म पछाण कै तो खसमै मिलना। वाहिगुरु जी का खालसा वाहिगुरु जी की फतेह। सच्चे पातशाह दीना बंधु किरपा दे सागर जाग दी जोत 10 पातशाहियां दे आत्मक स्वरूप धन साहिब श्री गुरु ग्रंथ साहिब जी महाराज हजूर दी परम दया सदका ये सतसंगत कड़ियां दा सुभाग समा सतगुरु जी दे महान पवित्र स्थान तखत सचखंड श्री हजूर श्री अबचल नगर साहिब विखे सतगुरां जी ने तरस करके बख्शिश किया है। सतगुरु जी दे
ਪਵਿੱਤਰ ਸਜੇ ਹੋਏ ਦਰਬਾਰ ਅੰਦਰ ਤੁਰ ਕੀ ਬਾਣੀ ਦੀ ਲੜੀਵਾਰ ਕਥਾ ਦਾ ਸਮਾਂ ਹੈ। ਮਨ ਚਿਤ ਬਿਰਤੀਆਂ ਇਕਾਗਰ ਕਰਕੇ ਸੱਚੇ ਪਾਤਸ਼ਾਹ ਜੀ ਦੇ ਪਾਵਨ ਉਪਦੇਸ਼ ਦੀ ਕਥਾ ਸਰਵਣ ਕਰੀਏ। ਹਜ਼ੂਰ ਦੇ ਪਾਵਨ ਚਰਨਾਂ ਦਾ ਧਿਆਨ ਕਰਦੇ ਹੋਏ ਆਖੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਦੂਜਾ। ਸੇਵਾਦਾਰਾਂ ਦੀ ਗੱਲਾਂ ਦੀ ਆਵਾਜ਼ ਆਉਂਦੀ, ਉਹਨਾਂ ਨੂੰ ਕਹਿ ਨਾ ਬੋਲੋ। ਹਾਂਜੀ ਪੜੋ। ਸਲੋਕ ਮਹੱਲਾ ਦੂਜਾ। ਸੱਚੇ ਪਾਤਸ਼ਾਹ ਧੰਨ ਗੁਰੂ ਅੰਗਦ ਸਾਹਿਬ ਜੀ ਮਹਾਰਾਜ, ਇਹ ਸ਼ਬਦ ਕੱਲ ਸਾਧ ਸੰਗਤ ਜੀ ਆਰੰਭਤਾ ਹੋਈ ਸੀਗੀ। ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਕੋਲੋਂ ਸਿੱਖਾਂ ਨੇ ਬੇਨਤੀ ਕਰਕੇ ਪੁੱਛਿਆ, ਜਿੱਥੇ ਹਜ਼ੂਰ ਭਾਈ ਬਾਲਾ ਜੀ ਦੇ ਮੁਖ ਤੋਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦਾ ਪਵਿੱਤਰ ਇਤਿਹਾਸ ਕਹਾ ਰਹੇ ਹੈ, ਤੇ ਬਹੁਤ ਹੀ ਐਸਾ ਵਿਸਮਾਦੀ ਸਮਾਂ, ਸਭ ਬਹੁਤ ਆਨੰਦ ਪ੍ਰਾਪਤ ਕਰਦੇ ਆ ਗੁਰੂ ਨਾਨਕ ਸਾਹਿਬ ਦਾ ਜੀਵਨ ਸੁਣ ਸੁਣ ਕੇ। ਕਿਉਂ ਸਿੱਖਾਂ ਦੇ ਮਨ ਵਿੱਚ ਚਾਅ ਪੈਦਾ ਹੋਇਆ, ਮਹਾਰਾਜ ਅਸੀਂ ਵਾਹਿਗੁਰੂ ਨੂੰ ਕਿਵੇਂ ਵੇਖਣਾ ਕਰੀਏ। ਤੇ ਹਜ਼ੂਰ ਨੇ ਫਿਰ ਇਹ ਸ਼ਲੋਕ ਸਿੱਖਾਂ ਦੀ ਬੇਨਤੀ ਸੁਣ ਕਰਕੇ ਸਤਿਗੁਰਾਂ ਜੀ ਨੇ ਉਚਾਰਨ ਕੀਤਾ। ਤੋ ਹੋਰ ਸਾਧ ਸੰਗਤ ਜੀ 2-3 ਅਰਥ ਜਿਹੜੇ ਹਨ ਚੇਤੇ ਆਏ ਹਨ, ਉਹ ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਕਿਰਪਾ ਸਦਕਾ ਆਪ ਪਿਆਰ ਸ਼ਰਧਾ ਨਾਲ ਸਰਵਣ ਕਰੋ। ਅੱਖੀ ਬਾਝੋ ਵੇਖਣਾ। ਜਿਵੇਂ ਮਨਮੁਖ ਦੇ ਪ੍ਰਕਰਨ ਨਾਲ ਅਰਥ ਹੋਇਆ ਸੀਗਾ, ਇਹ ਥੋੜਾ ਜਿਹਾ ਬਦਲਵਾਂ ਮਨਮੁਖ ਦੇ ਪ੍ਰਕਰਨ ਨਾਲ ਅਰਥ ਹੈ। ਸਤਿਗੁਰੂ ਜੀ ਕਹਿੰਦੇ, ਭਾਈ ਜਿਨ੍ਹਾਂ ਨੇ ਸਤ ਸੰਗਤ ਦਾ ਦਰਸ਼ਨ ਨਹੀਂ ਨਾ ਵੇਖਣਾ ਕੀਤਾ, ਅੱਖੀਂ ਬਾਝੋਂ ਉਹਨਾਂ ਨੂੰ ਅੱਖਾਂ ਤੋਂ ਬਿਨਾਂ ਕਰ ਦਿੱਤਾ ਜਾਵੇਗਾ। ਇਹੋ ਜਿਹੀ ਹਾਲਤ ਹੋਵੇਗੀ ਜਿਹੜੀ ਹਨ। ਉਹ ਸਾਰਾ ਜ਼ਿਕਰ ਇੱਕ ਆਤਮ ਪੁਰਾਣ ਗ੍ਰੰਥ ਹੈ, ਉਹਦੇ ਅੰਦਰ ਆਉਂਦਾ ਹੈ ਕਿ ਜਿਹੜੇ ਇੰਦਰੇ ਨਾਲ ਜਿਹੋ ਜਿਹਾ ਕਰਮ ਕਰਦਾ ਹੈ, ਉਹਨੂੰ ਉਹ ਜੀ ਸਜ਼ਾ ਜਿਹੜੀ ਹੈ ਭੋਗਣੀ ਪੈਂਦੀ ਹੈ। ਜਿਵੇਂ ਸਤਿਗੁਰਾਂ ਜੀ ਨੇ ਵੀ ਆਖਿਆ ਨਾ, ਨੈਣ ਨਾ ਦੇਖੇ ਸਾਧ ਸੇ ਨੈਣ ਬੇਹਾਲਿਆ। ਉਹ ਭਾਈ ਅੱਖਾਂ ਬੇਹਾਲ ਹੀ ਹੁੰਦੀਆਂ, ਬਹੁਤ ਜ਼ਿਆਦਾ ਜਿਹੜਾ ਹੈ ਉਹਨਾਂ ਦਾ ਬੁਰਾ ਹੀ ਹਾਲ ਹੁੰਦਾ ਹੈ। ਜਿਹੜੀਆਂ ਅੱਖੀਆਂ ਸਤ ਸੰਗਤ ਦਾ, ਸਾਧੂਆਂ ਦਾ ਦਰਸ਼ਨ ਨਹੀਂ ਕਰਦੀਆਂ। ਅੱਖੀਂ ਬਾਝੋਂ ਵੇਖਣਾ, ਮਹਾਰਾਜ ਕਹਿੰਦੇ ਜਿਨ੍ਹਾਂ ਨੇ ਦੂਜਾ ਭਾਵ ਵੇਖਣਾ ਕੀਤਾ ਹੈ ਨਾ, ਵਕਾਰ ਵੇਖਣਾ ਕੀਤੇ ਹੈ, ਔਗਣ ਵੇਖਣਾ ਕੀਤੇ ਹੈ, ਪਾਪ ਵੇਖਣਾ ਕੀਤੇ ਹੈ, ਕਦੇ ਵਾਹਿਗੁਰੂ ਦਾ ਜਿਹੜਾ ਹੈ ਉਹ ਪਿਆਰ ਵੱਲ ਨਿਗਾਹ ਹੀ ਨਹੀਂ ਕੀਤੀ, ਸਤ ਸੰਗਤ ਦਾ ਦਰਸ਼ਨ ਨਹੀਂ ਕੀਤਾ, ਸਾਧੂਆਂ ਗੁਰਸਿੱਖਾਂ ਦਾ ਦਰਸ਼ਨ ਨਹੀਂ ਕੀਤਾ। ਮਹਾਰਾਜ ਕਹਿੰਦੇ ਅੱਖੀਂ ਬਾਝੋਂ ਉਹਨਾਂ ਨੂੰ ਅੱਖਾਂ ਤੋਂ ਬਿਨਾਂ ਜਿਹੜਾ ਹੈ ਉਸ ਜਿਹੜਾ ਹੈ ਕੀਤਾ ਜਾਵੇਗਾ, ਇਹੋ ਜੀ ਸਜ਼ਾ ਮਿਲੇਗੀ। ਵਿਣ ਕੰਨਾ ਸੁਣਨਾ। ਜਿਨ੍ਹਾਂ ਨੇ ਸੰਸਾਰ ਦੇ ਹੀ ਰੰਗ ਰਾਗਾਂ ਨੂੰ ਸੁਣਨਾ ਕੀਤਾ ਹੈ ਨਾ, ਉਹਨਾਂ ਨੂੰ ਕੰਨਾਂ ਤੋਂ ਬਿਨਾਂ ਮਹਾਰਾਜ ਕਹਿੰਦੇ ਭਾਈ ਕੀਤਾ ਜਾਵੇਗਾ। ਹਜ਼ੂਰ ਨੇ ਕਿਹਾ ਹੀ ਨਾ, ਕਰਨ ਨਾ ਸੁਣਹੀ ਨਾਦ ਕਰਨ ਮੁੰਦ ਘਾਲਿਆ। ਜਿਹੜੇ ਕੰਨ ਮੇਰੇ ਵਾਹਿਗੁਰੂ ਦੀ ਜਿਹੜੀ ਹੈ ਉਹ ਵਡਿਆਈ ਨਹੀਂ ਸੁਣਦੇ, ਪਰਮੇਸ਼ਰ ਦਾ ਜਸ ਨਹੀਂ ਜਿਹੜੇ ਕੰਨ ਸੁਣਦੇ, ਮਹਾਰਾਜ ਕਹਿੰਦੇ ਪਰਲੋਕ ਵਿੱਚ ਉਹਨਾਂ ਕੰਨਾਂ ਨੂੰ ਸਿੱਕਾ ਘਾਲ ਕੇ ਬੰਦ ਕਰ ਦਿੱਤਾ ਜਾਂਦਾ ਹੈ। ਜਿਨ੍ਹਾਂ ਨੇ ਦਵੈਤ ਨੂੰ ਸੁਣਨਾ ਕੀਤਾ ਹੈ, ਸੰਸਾਰ ਦੇ ਰੰਗ ਰਾਗ ਸੁਣਨਾ ਕੀਤੇ ਹੈ, ਇਸੇ ਕਰਕੇ ਮਹਾਰਾਜ ਆਖਿਆ ਕਿ ਮੇਰੇ ਮੋਹਨ ਸ਼ਰਬਨੀ ਇਹ ਨਾ ਸੁਨਾਏ, ਸਾਕਤ ਗੀਤ ਨਾਦ ਧੁਨ ਗਾਵਤ ਬੋਲਤ ਬੋਲ ਅਜਾਏ। ਮਹਾਰਾਜ ਕਹਿੰਦੇ ਭਾਈ ਜਿਹੜੇ ਕੰਨ
ਹੋਰਨਾਂ ਗੱਲਾਂ ਨੂੰ ਸੁਣਦੇ ਰਹਿੰਦੇ ਐ, ਨਿੰਦਾ ਚੁਗਲੀ ਨੂੰ ਸੁਣਦੇ ਰਹਿੰਦੇ ਐ, ਉਹ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਕੰਨਾਂ ਤੋਂ ਬਿਨਾਂ ਉਹਨਾਂ ਨੂੰ ਕੀਤਾ ਜਾਵੇਗਾ। ਇਸ ਤਰ੍ਹਾਂ ਉਸ ਗ੍ਰੰਥ ਦੇ ਅੰਦਰ ਜ਼ਿਕਰ ਆਉਂਦਾ ਹੈ ਕਿ ਜਿਹੜੀਆਂ ਅੱਖਾਂ ਜਿਹੜਾ ਹੈ ਉਹ ਰੂਪ ਵੇਖਦੀਆਂ ਹਨ ਤੇ ਦਵੈਤ ਵੇਖਦੀਆਂ ਹਨ, ਉਹਨਾਂ ਨੂੰ ਕੱਢ ਦਿੱਤਾ ਜਾਂਦਾ ਹੈ ਸਲਾਖਾਂ ਨਾਲ। ਫਿਰ ਕਹਿੰਦੇ ਜਿਹੜੇ ਕੰਨ ਨਿੰਦਾ ਚੁਗਲੀ ਸੁਣਦੇ ਐ, ਵਾਹਿਗੁਰੂ ਦਾ ਜਸ ਨਹੀਂ ਸੁਣਦੇ, ਉਹਨਾਂ ਕੰਨਾਂ ਨੂੰ ਵੀ ਜਿਹੜਾ ਹੈ ਉਹ ਸਲਾਖਾਂ ਗਰਮ ਕੰਨਾਂ ਦੇ ਆਰ ਪਾਰ ਕਰ ਦਿੱਤੀਆਂ ਜਾਂਦੀਆਂ ਹਨ। ਇਸ ਤਰ੍ਹਾਂ ਦੀਆਂ ਉਹ ਕੰਡਿਆਲੀਆਂ ਜਿਹੜੀਆਂ ਹਨ ਸਲਾਖਾਂ, ਉਹਨਾਂ ਦਾ ਐਸਾ ਜ਼ਿਕਰ ਜਿਹੜਾ ਹੈ ਉਹ ਲਿਖਿਆ ਹੋਇਆ ਕਿ ਚੁਗਲੀ ਦੇ ਸੁਣਨ ਦਾ ਆਹ ਫਲ ਮਿਲਦਾ ਹੈ ਤੇ ਵੇਖਣ ਦਾ ਬੁਰਾ ਇਹ ਫਲ ਮਿਲਦਾ ਹੈ। ਇਸ ਤਰ੍ਹਾਂ ਉਹ ਪ੍ਰਲੋਕ ਵਿੱਚ ਜਿਹੜੀਆਂ ਸਜ਼ਾਵਾਂ ਮਿਲਦੀਆਂ ਨਾ ਜੀਵ ਨੂੰ, ਉਹਨਾਂ ਦਾ ਜ਼ਿਕਰ ਇਉਂ ਕੀਤਾ ਹੋਇਆ। ਮਹਾਰਾਜ ਕਹਿੰਦੇ ਭਾਈ ਜਿਨ੍ਹਾਂ ਨੇ ਇਸ ਪ੍ਰਕਾਰ ਜਿਹੜਾ ਹੈ ਵਿਣ ਕੰਨਾ ਸੁਣਨਾ, ਮਹਾਰਾਜ ਕਹਿੰਦੇ ਜਿਨ੍ਹਾਂ ਨੇ ਸੁਣਨਾ ਕੀਤਾ ਨਾ ਸੰਸਾਰ ਦੇ ਅਸ਼ਲੀਲ ਗੀਤਾਂ ਨੂੰ, ਉਹਨਾਂ ਨੂੰ ਵਿਣ ਕੰਨਾਂ ਤੋਂ ਬਿਨਾਂ ਜਿਹੜਾ ਹੈ ਵਾਹਿਗੁਰੂ ਕਰ ਦੇਵੇਗਾ। ਇਸੇ ਕਰਕੇ ਮਹਾਰਾਜ ਕਹਿੰਦੇ ਭਾਈ ਕੰਨਾਂ ਨਾਲ ਜਸ ਵਾਹਿਗੁਰੂ ਦਾ ਸੁਣਨਾ ਕਰੀਏ। ਪੈਰਾ ਬਾਝੋ ਚੱਲਣਾ, ਫਿਰ ਮਹਾਰਾਜ ਕਹਿੰਦੇ ਭਾਈ ਉਹਨਾਂ ਨੂੰ ਜਿਹੜਾ ਹੈ ਪੈਰਾਂ ਬਾਝੋਂ ਚੱਲਣਾ, ਜਿਨ੍ਹਾਂ ਨੇ ਮਹਿਖਾਨਿਆਂ ਵੱਲ ਨੂੰ ਚੱਲਣਾ ਕੀਤਾ ਹੈ, ਔਗਣਾ ਪਾਪਾਂ ਵੱਲ ਨੂੰ ਚੱਲਣਾ ਕੀਤਾ ਹੈ, ਮਹਾਰਾਜ ਕਹਿੰਦੇ ਭਾਈ ਇਹੋ ਜਿਹਾ ਸਮਾਂ ਆਵੇਗਾ ਫਿਰ ਪਿੰਗਲੇ ਬਣਾ ਦਿੱਤੇ ਜਾਣਗੇ, ਪੈਰਾਂ ਤੋਂ ਬਿਨਾਂ ਉਹਨਾਂ ਨੂੰ ਕਰ ਦਿੱਤਾ ਜਾਵੇਗਾ। ਵਿਣ ਹੱਥਾ ਕਰਨਾ, ਫਿਰ ਮਹਾਰਾਜ ਕਹਿੰਦੇ ਭਾਈ ਜਿਹੜੇ ਹੱਥਾਂ ਨਾਲ ਬੁਰਾ ਕਰਮ ਕਰਦੇ ਐ, ਪਾਪ ਕਰਮ ਕਰਦੇ ਐ, ਐਸਾ ਸਮਾਂ ਆਵੇਗਾ ਜਦੋਂ ਉਹਨਾਂ ਨੂੰ ਮਹਾਰਾਜ ਕਹਿੰਦੇ ਭਾਈ ਹੱਥਾਂ ਤੋਂ ਬਿਨਾਂ ਕਰ ਦਿੱਤਾ ਜਾਵੇਗਾ, ਟੁੰਡੇ ਬਣਾ ਦਿੱਤੇ ਜਾਣਗੇ। ਜੀਭ ਹੈ ਬਾਝੋ ਬੋਲਣਾ, ਫਿਰ ਮਹਾਰਾਜ ਕਹਿੰਦੇ ਜਿਨ੍ਹਾਂ ਨੇ ਫਜ਼ੂਲ ਹੀ ਬੋਲਣਾ ਕੀਤਾ ਹੈ, ਅਵਾ ਤਵਾ ਬੋਲਣਾ ਕੀਤਾ ਹੈ, ਐਸਾ ਸਮਾਂ ਆਵੇਗਾ ਕਿ ਵਾਹਿਗੁਰੂ ਉਹਨਾਂ ਨੂੰ ਜੀਭ ਤੋਂ ਬਿਨਾਂ ਕਰ ਦੇਗਾ। ਇਹ ਫਲ ਤਾਂ ਮਹਾਰਾਜ ਵੀ ਆਖਿਆ ਕਿ ਰਸਨਾ ਜਪੈ ਨਾ ਨਾਮ, ਤਿਲ ਤਿਲ ਕਰ ਕੱਟੀ ਹੈ। ਤੇ ਹਜੂਰ ਨੇ ਆਖਿਆ ਹਰ ਹਾਂ ਜਬ ਬਿਸਰੈ ਗੋਬਿੰਦ ਰਾਏ, ਦਿਨੋਂ ਦਿਨ ਘਟੀ ਹੈ। ਇਹੋ ਜੀ ਹਾਲਤ ਹੈ। ਮਹਾਰਾਜ ਕਹਿੰਦੇ ਭਾਈ ਇਹ ਜਿਹੜਾ ਬੋਲਣਾ ਕੀਤਾ ਨਾ, ਦਵੈਤ ਵਾਲੀਆਂ ਗੱਲਾਂ, ਔਗਣਾ ਤੇ ਵਕਾਰਾਂ ਵਾਲੀਆਂ ਗੱਲਾਂ, ਐਵੇਂ ਫਾਲਤੂ ਹੀ ਬੋਲੀ ਜਾਣਾ ਤੇ ਨਾਮ ਜਪਣ ਲੱਗਿਆਂ ਉਸੇ ਵੇਲੇ ਜਾਨ ਹੀ ਨਿਕਲ ਜਾਣੀ, ਸਤਨਾਮ ਵਾਹਿਗੁਰੂ ਨਾ ਆਖਿਆ ਜਾਣਾ। ਉੱਚੀ ਜੀ ਮੈਂ ਅੰਦਰ ਹੀ ਜਪ ਰਿਹਾ, ਉੱਚੀ ਨਹੀਂ ਮੈਥੋਂ ਜਪਿਆ ਜਾਂਦਾ। ਤੇ ਜੇ ਗੱਲਾਂ ਕਰਨੀਆਂ ਬੋਲਣਾ ਤੇ ਫਿਰ ਬਹੁਤ ਜ਼ਿਆਦਾ ਉੱਚੀ ਉੱਚੀ ਬੋਲਦੇ, ਤੇ ਕੀਰਤਨ ਦੀ ਆਵਾਜ਼ ਵਿੱਚੋਂ ਵੀ ਉੱਚੀ ਜਾ ਕਰਕੇ ਬੋਲਣਾ। ਇਉਂ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਜਿਹੜਾ ਹੈ, ਫਿਰ ਪੜ੍ਹਦੇ ਹੋ ਪੰਕਤੀ, ਜੀਭ ਹੈ ਬਾਝੋ ਬੋਲਣਾ, ਜਿਹੜਾ ਮਹਾਰਾਜ ਕਹਿੰਦੇ ਭਾਈ ਫਜ਼ੂਲ ਬੋਲਣਾ ਹੈ, ਜਿਹੜਾ ਹੈ ਨਾਮ ਤੋਂ ਬਿਨਾਂ, ਭਗਤੀ ਭਾਵ ਤੋਂ ਬਿਨਾਂ, ਜਿਹੜਾ ਹਜੂਰ ਕਹਿੰਦੇ ਭਾਈ ਐਵੇਂ ਫਜ਼ੂਲ ਹੀ ਬੋਲੀ ਜਾਣਾ ਹੈ ਰਸਨਾ ਦੇ ਨਾਲ, ਉਹਨਾਂ ਨੂੰ ਸਤਿਗੁਰੂ ਕਹਿੰਦੇ ਜੀਭਾ ਬਾਝੋਂ, ਜੀਭ ਤੋਂ ਬਿਨਾਂ ਜਿਹੜਾ ਹੈ ਉਹ ਕੀਤਾ ਜਾਵੇਗਾ। ਜੀਭ ਨੂੰ ਸਜ਼ਾ ਮਿਲੇਗੀ। ਵੇਖ ਲੈ ਹੈ ਜੀਭਾ, ਤੂੰ ਵਾਹਿਗੁਰੂ ਦਾ ਭਜਨ ਨਹੀਂ ਕਰਦੀ ਹੈ ਤੇ ਤੇਰੀ ਤ੍ਰਿਸ਼ਨਾ ਨਹੀਂ ਬੁੱਝਣੀ। ਇਸ ਤਰ੍ਹਾਂ ਮਹਾਰਾਜ ਕਹਿੰਦੇ ਭਾਈ ਜੀਭ ਤੋਂ ਫਿਰ ਬਿਨਾਂ ਗੂੰਗੇ ਕਰ ਦਿੱਤੇ ਜਾਣਗੇ। ਇਉਂ ਜੀਵਤ ਮਰਨਾ, ਸਤਿਗੁਰੂ ਜੀ ਕਹਿੰਦੇ ਭਾਈ ਇਸ ਤਰ੍ਹਾਂ ਵੇਖ ਕਰਕੇ ਨਾ ਮਨਮੁਖਾਂ ਦੀ ਹਾਲਤ ਨੂੰ ਕਿ ਇੰਦਰੀਆਂ ਨੂੰ ਇਹ ਸਜ਼ਾਵਾਂ ਮਿਲਦੀਆਂ ਹਨ। ਗੁਰਸਿੱਖੋ ਜੀਵਤ ਭਾਵ ਤੋਂ ਮਰਨਾ ਚਾਹੀਦਾ, ਜਿਉਂਦੇ ਹੀ, ਜਿਉਂਦਿਆਂ ਹੀ ਅੱਖਾਂ ਨੂੰ ਕਹਿੰਦੇ ਹੁਣ ਮੈਂ ਜਿੰਦਾ ਹੀ ਮਰ ਜਾ, ਮੈਂ ਤਾਂ ਰੂਪ ਵੇਖਣਾ, ਜਿੰਦੇ ਮਰ ਜੀਏ, ਹੁਣ ਗੀਤ ਹੀ ਨਾ ਸੁਣੀਏ, ਕਹਿੰਦੇ ਅਸੀਂ ਫਲਾਨੇ ਦੀ ਨਵੀਂ ਟੇਪ ਆਈ ਹੈ ਗਾਇਕ ਦੀ, ਅਸੀਂ ਤਾਂ ਸੁਣਨੀ ਹੈ। ਮਹਾਰਾਜ ਕਹਿੰਦੇ ਭਾਈ ਹੁਣ ਜੀਵਤ ਭਾਵ ਤੋਂ ਮਰੋ ਨਾ, ਸੁਣੋ ਵਾਹਿਗੁਰੂ ਦਾ ਨਾਮ ਸੁਣੋ, ਫਿਰ ਇਹਨਾਂ ਸਜ਼ਾਵਾਂ ਤੋਂ ਬਾਜੋਗੇ। ਜੀਵਤ ਭਾਵ ਤੋਂ ਹਜੂਰ ਕਹਿੰਦੇ ਜੇ ਮਰੋਗੇ, ਨਾਨਕ ਹੁਕਮ ਪਛਾਣ ਕੇ, ਹਜੂਰ ਕਹਿੰਦੇ ਭਾਈ ਮੇਰੇ ਵਾਹਿਗੁਰੂ ਦੇ ਹੁਕਮ ਨੂੰ ਪਹਿਚਾਣ ਕਰਕੇ ਜਦੋਂ ਜੀਵ ਭਾਵ ਤੋਂ ਮਰੀਏ ਨਾ, ਫਿਰ ਗੁਰੂ ਸਾਹਿਬ ਜੀ ਦੁਆਰਾ ਪਰਮੇਸ਼ਰ ਦੇ ਹੁਕਮ ਨੂੰ ਪਹਿਚਾਣ ਲਈਦਾ ਹੈ। ਹੁਕਮ ਕੀ ਹੈ? ਇੱਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬੁਝਾਏ ਜੀਓ। ਤੋ ਖਸਮੈ ਮਿਲਣਾ, ਤਾਂ ਫਿਰ ਖਸਮ ਨਾਲ ਵਾਹਿਗੁਰੂ ਨਾਲ ਮਿਲਾਪ ਹੁੰਦਾ। ਸੰਗਤਾਂ ਨੇ ਪੁੱਛਿਆ ਸੀ ਨਾ ਮਹਾਰਾਜ ਕਿਵੇਂ ਮਿਲਾਪ ਹੁੰਦਾ? ਹਜੂਰ ਨੇ ਦੱਸਿਆ ਭਾਈ ਇਉਂ ਮਿਲਾਪ ਹੁੰਦਾ ਹੈ, ਇਸੇ ਪ੍ਰਕਾਰ ਹੀ ਅੱਖੀ ਬਾਝੋ ਵੇਖਣਾ। ਇਹ ਸਾਧ ਸੰਗਤ ਜੀ ਸੁਪਨਾਵੀ ਜੀਵ ਦੇ ਅਰਥ ਹਨ।
ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਸੁਪਨਾਵੀ ਜੀਵ ਜਦੋਂ ਸੁਪਨਾ ਆਉਂਦਾ ਹੈ ਅੱਖੀਂ ਬਾਝੋਂ ਵੇਖਣਾ, ਅੱਖਾਂ ਤੋਂ ਬਿਨਾਂ ਹੀ ਵੇਖਦਾ, ਕਿੰਨੇ ਝਰਨੇ ਵਗਾ ਦਿੰਦਾ, ਪਹਾੜ ਵੇਖਦਾ, ਦੇਸ਼ ਦਸ਼ੰਤਰ ਵੇਖਦਾ ਹੈ। ਇਹ ਮਹਾਰਾਜ ਕਹਿੰਦੇ ਭਾਈ ਅੱਖਾਂ ਤੋਂ ਬਿਨਾਂ ਹੀ ਸੁਪਨਾਵੀ ਜੀਵ ਜਿਹੜੀਆਂ ਬਾਹਰਲੀਆਂ ਪ੍ਰਤੱਖ ਅੱਖਾਂ ਤੇ ਬੰਦ ਹੁੰਦੀਆਂ ਸੁੱਤਾ ਪਿਆ ਹੁੰਦਾ ਹੈ, ਇਉਂ ਸੁਪਨਾਵੀ ਜੀਵ ਜਿਹੜਾ ਹੈ ਅੱਖਾਂ ਤੋਂ ਬਿਨਾਂ ਹੀ ਮਹਾਰਾਜ ਕਹਿੰਦੇ ਭਾਈ ਵੇਖਦਾ ਰਹਿੰਦਾ ਹੈ। ਵਿਣ ਕੰਨਾਂ ਸੁਣਨਾ, ਤੇ ਕੰਨਾਂ ਤੋਂ ਬਿਨਾਂ ਹੀ ਅੰਦਰ ਹੀ ਸੁਪਨੇ ਵਿੱਚ ਹੀ ਕਈ ਕੁਝ ਸੁਣਦਾ ਰਹਿੰਦਾ ਹੈ। ਇਉਂ ਜਦੋਂ ਸਾਧ ਸੰਗਤ ਜੀ ਸੁਪਨਾ ਆਉਂਦਾ ਹੈ ਨਾ ਤੇ ਸੁਪਨੇ ਦੇ ਅੰਦਰ ਹੀ ਸਾਰੀ ਘਾੜਤ ਨੂੰ ਘੜ ਲੈਂਦਾ। ਕਹਿੰਦੇ ਵਾਲ ਨਾਲੋਂ ਵੀ 100ਵਾਂ ਹਿੱਸਾ ਬਰੀਕ ਹੈ ਨਾੜੀ ਜਿਹਦੇ ਅੰਦਰ ਜੀਵ ਨੂੰ ਸੁਪਨਾ ਆਉਂਦਾ ਹੈ ਤੇ ਉਸ ਦੇ ਵਿੱਚ ਏਡੀ ਵੱਡੀ ਰਚਨਾ ਨੂੰ ਰਚ ਲੈਂਦਾ ਹੈ। ਅਨੇਕਾਂ ਪ੍ਰਕਾਰ ਦੇ ਨਾਦ ਜਿਹੜੇ ਹੈ ਮਹਾਰਾਜ ਕਹਿੰਦੇ ਭਾਈ ਸੁਪਨਾਵੀ ਜੀਵ ਜਿਹੜਾ ਹੈ ਸੁਪਨੇ ਦੇ ਅੰਦਰ ਫਿਰ ਸੁਣਦਾ ਏ। ਵਿਣ ਕੰਨਾਂ ਸੁਣਨਾ, ਬਿਨਾਂ ਹੀ ਕੰਨਾਂ ਤੋਂ ਬਾਹਰਲੇ ਪ੍ਰਤੱਖ ਕੰਨਾਂ ਨਾਲ ਥੋੜੋ ਉਦੋਂ ਸੁਣਦਾ ਹੁੰਦਾ, ਅੰਦਰਲੇ ਸੁਪਨਾਵੀ ਕੰਨਾਂ ਨਾਲ ਹੀ ਮਹਾਰਾਜ ਕਹਿੰਦੇ ਭਾਈ ਸੁਣਦਾ ਹੈ ਨਾਦ। ਪੈਰਾ ਬਾਝੋ ਚੱਲਣਾ, ਤੇ ਇਹ ਪ੍ਰਤੱਖ ਪੈਰਾਂ ਨਾਲ ਥੋੜੋ ਤੁਰਦਾ ਹੈ। ਉਹ ਤਾਂ ਸੁਪਨਾਵੀ ਜੀਵ ਜਿਹੜਾ ਹੈ ਉਦੋਂ ਸਾਧ ਸੰਗਤ ਜੀ ਸੰਕਲਪ ਦੇ ਹੀ ਉਹ ਪੈਰ ਅੰਦਰ ਬਣਾਏ ਹੁੰਦੇ ਆ ਤੇ ਕਈ ਵਾਰੀ ਸੁਪਨੇ ਵਿੱਚ ਜੀਵ ਦੌੜਨਾ ਚਾਹੁੰਦਾ, ਦੌੜਿਆ ਨਹੀਂ ਜਾਂਦਾ ਉਸ ਕੋਲੋਂ, ਉਹਨੂੰ ਲੱਗਦਾ ਪਿੱਛੇ ਸ਼ੇਰ ਪਿਆ ਮੇਰੇ ਤੇ ਮੈਂ ਦੌੜ ਜਾਵਾਂ, ਦੌੜਿਆ ਨਹੀਂ ਜਾਂਦਾ। ਇਉਂ ਮਹਾਰਾਜ ਕਹਿੰਦੇ ਭਾਈ ਇਹ ਪ੍ਰਤੱਖ ਪੈਰਾਂ ਤੋਂ ਬਿਨਾਂ ਹੀ ਸੁਪਨੇ ਵਿੱਚ ਜੀਵ ਜਿਹੜਾ ਨਾ ਉਹ ਚੱਲਦਾ ਏ ਪੈਰਾਂ ਤੋਂ ਬਿਨਾਂ। ਵਿਣ ਹੱਥਾਂ ਕਰਨਾ, ਹੱਥਾਂ ਤੋਂ ਬਿਨਾਂ ਹੁੰਦਾ ਹੈ ਉੱਥੇ, ਪਰ ਮਹਾਰਾਜ ਕਹਿੰਦੇ ਭਾਈ ਸੁਪਨਾਵੀ ਜੀਵ ਹੱਥ ਜਿਹੜੇ ਆ ਉਹ ਕਿਹੜੇ ਹੱਥਾਂ ਨਾਲ ਫਿਰ ਉਦੋਂ ਕਰਮ ਕਰਦਾ ਹੈ। ਕਦੀ ਕਿਸੇ ਨਾਲ ਮਿਲਦਾ ਹੈ, ਕਿਸੇ ਨਾਲ ਹੱਥੀਂ ਚੀਜ਼ ਫੜਾਉਂਦਾ ਹੈ, ਸੁਪਨੇ ਦੇ ਅੰਦਰ ਹੀ ਹੈ ਨਾ। ਮਹਾਰਾਜ ਕਹਿੰਦੇ ਬਿਨਾਂ ਹੀ ਹੱਥਾਂ ਤੋਂ ਭਾਈ ਸੁਪਨਾਵੀ ਜੀਵ ਜਿਹੜਾ ਕਰਮ ਕਰਦਾ ਏ। ਜੀਭ ਹੈ ਬਾਝੋ ਬੋਲਣਾ, ਜੀਭ ਨਹੀਂ ਆ ਉੱਥੇ ਪ੍ਰਤਾਖੇ ਵਾਲੀ। ਸੁਪਨਾਵੀ ਜੀਵ ਤੋਂ ਬਿਨਾਂ ਹੀ ਮਹਾਰਾਜ ਕਹਿੰਦੇ ਭਾਈ ਅੰਦਰ ਬੋਲਦਾ, ਗੱਲਾਂ ਕਰਦਾ ਹੈ ਤੇ ਕਿਸੇ ਦੇ ਕੀਤੇ ਹੋਏ ਪ੍ਰਸ਼ਨ ਦਾ ਉੱਤਰ ਦਿੰਦਾ ਏ। ਇਉਂ ਜੀਵਤ ਮਰਣਾ, ਮਹਾਰਾਜ ਕਹਿੰਦੇ ਭਾਈ ਇਉਂ ਵੇਖੋ ਕਿ ਜਿਹੜਾ ਸੁਪਨਾ ਹੈ ਨਾ ਇਹਦੇ ਵਿੱਚ ਵੀ ਜੀਵ ਜਾਗਦਾ ਹੈ, ਸੁਪਨੇ ਦੇ ਅੰਦਰ ਹੀ ਸ੍ਰਿਸ਼ਟੀ ਰਚ ਲੈਂਦਾ ਹੈ ਤੇ ਜਦੋਂ ਉਹ ਸੁਪਨਾ ਨਾਸ਼ ਹੁੰਦਾ ਹੈ ਫਿਰ ਉਹ ਕਿੱਧਰ ਚਲੀ ਜਾਂਦੀ ਸਾਰੀ ਰਚਨਾ। ਮਹਾਰਾਜ ਉਹ ਤਾਂ ਫਿਰ ਜਾਗ ਪਈਦਾ ਨਾ। ਸਤਿਗੁਰੂ ਕਹਿੰਦੇ ਇਉਂ ਭਾਈ ਜੀਵਤ ਭਾਵ ਤੋਂ ਮਰੋਗੇ ਤੇ ਗਿਆਨ ਅਵਸਥਾ ਵਿੱਚ ਜਾਗ ਪਵੋਗੇ। ਇਹ ਜਿਹੜਾ ਸੁਪਨਾ ਹੈ ਨਾ ਸੰਸਾਰ, ਇਹ ਮਹਾਰਾਜ ਕਹਿੰਦੇ ਸੁਪਨੇ ਦੀ ਨਿਆਈ ਹੀ ਸਾਰਾ ਲੈ ਹੋ ਜਾਏਗਾ, ਸਮਾਪਤ ਹੋ ਜਾਏਗਾ। ਜਦੋਂ ਜਾਗਣਾ ਕੀ ਹੈ? ਜੀਵਤ ਭਾਵ ਤੋਂ ਮਰਨਾ। ਜਾਗਣਾ ਕੀ ਹੈ? ਗੁਰੂ ਜੀ ਦੇ ਗਿਆਨ ਨੂੰ ਹਾਸਲ ਕਰਨਾ। ਇਹ ਸਾਧ ਸੰਗਤ ਜੀ ਜਾਗਰਤ ਅਵਸਥਾ ਹੈ। ਜਦੋਂ ਜਾਗ ਪੈਂਦਾ ਨਾ ਜੀਵ ਫਿਰ ਸਾਧ ਸੰਗਤ ਜੀ ਅੱਖਾਂ ਦੇ ਵੇਖਣ ਤੋਂ ਰਹਿ ਜਾਂਦਾ ਹੈ, ਕੰਨਾਂ ਦੇ ਸੁਣਨ ਤੋਂ ਰਹਿ ਜਾਂਦਾ ਹੈ, ਫਿਰ ਪੈਰਾਂ ਦੇ ਚੱਲਣ ਤੋਂ, ਹੱਥਾਂ ਦੇ ਕਰਨ ਤੋਂ ਰਹਿ ਜਾਂਦਾ ਹੈ, ਜੀਵ ਦੇ ਬੋਲਣ ਤੋਂ ਰਹਿ ਜਾਂਦਾ ਹੈ। ਮਹਾਰਾਜ ਕਹਿੰਦੇ ਓ ਭਾਈ ਜੀਵਤ ਭਾਵ ਤੋਂ ਗੁਰਸਿੱਖੋ ਮਰਨਾ ਕਰੋ, ਜਾਣ ਕਰਕੇ ਕਿ ਸਾਰਾ ਕੁਝ ਹੀ ਸੁਪਨਾ ਹੈ। ਇਹ ਜਗ ਐਸਾ ਸੁਪਨੇ ਜੈਸਾ, ਜੀਵਨ ਸੁਪਨ ਸਮਾਨੰ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਜਿਉਂ ਸੁਪਨਾ ਅਰ ਪੇਖਣਾ ਐਸੇ ਜਗ ਕੋ ਜਾਨ, ਇਨਮੈਂ ਕਛ ਸਾਚੋ ਨਹੀਂ ਨਾਨਕ ਬਿਨ ਭਗਵਾਨ। ਹਜੂਰ ਕਹਿੰਦੇ ਇਉਂ ਜਾਣ ਕੇ ਗੁਰਸਿੱਖੋ ਜੀਵਤ ਭਾਵ ਤੋਂ ਮਰਨਾ ਕਰੋ। ਨਾਨਕ ਹੁਕਮ ਪਛਾਣ ਕੇ, ਸਤਿਗੁਰੂ ਜੀ ਕਹਿੰਦੇ ਭਾਈ ਵਾਹਿਗੁਰੂ ਦੇ ਹੁਕਮ ਨੂੰ ਪਹਿਚਾਣ ਕਰਕੇ ਪਰਮੇਸ਼ਰ ਨੇ ਇਸ ਧਰਤੀ ਦੇ ਉੱਤੇ ਜੀਵ ਤੈਨੂੰ ਜਨਮ ਦਿੱਤਾ ਭਜਨ ਕਰਨ ਵਾਸਤੇ। ਤੇ ਕਈ ਕਹਿੰਦੇ ਹੁਕਮ ਹੋਊਗਾ ਅੰਮ੍ਰਿਤ ਛਕ ਲਾਂਗੇ, ਹੁਕਮ ਹੋਊਗਾ ਜਦੋਂ ਫਿਰ ਉਦੋਂ ਅਸੀਂ ਜਿਹੜਾ ਹੈ ਬਾਣੀ ਪੜ੍ਹ ਲਾਂਗੇ। ਸੱਚੇ ਪਾਤਸ਼ਾਹ ਜੀ ਕਹਿੰਦੇ ਹੁਕਮ ਨੂੰ ਪਹਿਚਾਣ ਲੈ। ਵਾਹਿਗੁਰੂ ਨੇ ਹੁਕਮ ਦਿੱਤਾ ਹੋਇਆ ਹੈ, ਹੁਕਮ ਲਾ ਕੇ ਸੰਸਾਰ ਵਿੱਚ ਤੈਨੂੰ ਭੇਜਿਆ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਜਿਨ੍ਹਾਂ ਨੇ ਪਹਿਚਾਣ ਲਿਆ ਨਾ ਹੁਕਮ ਨੂੰ ਗੁਰੂ ਜੀ ਦੁਆਰਾ ਤੋ ਖਸਮੈ ਮਿਲਣਾ, ਤਾਂ ਉਹਨਾਂ ਨੇ ਮਹਾਰਾਜ ਕਹਿੰਦੇ ਭਾਈ ਖਸਮ ਨੂੰ ਵਾਹਿਗੁਰੂ ਨੂੰ ਫਿਰ ਮਿਲਣਾ ਕੀਤਾ ਹੈ। ਇਉਂ ਅਭੇਦ ਹੋਏ ਹਨ ਇਸੇ ਪ੍ਰਕਾਰ ਹੀ। ਅੱਖੀ ਬਾਝੋ ਵੇਖਣਾ, ਸਤਿਗੁਰੂ ਜੀ ਕਹਿੰਦੇ ਵੀ ਸੂਖਸ਼ਮ ਥੋੜੇ ਜਿਹੇ ਭੇਦ ਨਾਲ ਹਨ, ਕਿਉਂਕਿ ਕੱਲ ਵੀ ਅਰਥ ਹੋਏ ਪਰ ਥੋੜਾ ਜਿਹਾ ਭੇਦ ਨਾਲ ਹਨ। ਮਹਾਰਾਜ ਕਹਿੰਦੇ ਭਾਈ ਅੱਖੀਂ ਬਾਝੋ ਵੇਖਣਾ, ਜਿਨ੍ਹਾਂ ਨੂੰ ਅਨੁਭਵੀ ਗਿਆਨ ਹੋ ਜਾਂਦਾ ਨਾ ਸਾਧ ਸੰਗਤ ਜੀ ਉਹ ਬਾਹਰਲੀਆਂ ਅੱਖਾਂ ਤੋਂ ਬਿਨਾਂ ਹੀ ਅਨੁਭਵ ਨਾਲ ਵੇਖ ਲੈਂਦੇ ਆ। ਸਤਿਗੁਰੂ ਜੀ ਕਹਿੰਦੇ ਪ੍ਰੋਖ ਤੇ ਅਪਰੋਖ ਰੂਪੀ ਨੇਤਰਾਂ ਦੇ ਨਾਲ
ਪ੍ਰੋਖ ਤੇ ਅਪਰੋਖ ਗਿਆਨ ਰੂਪੀ ਨੇਤਰਾਂ ਨਾਲ ਮਹਾਰਾਜ ਕਹਿੰਦੇ ਭਾਈ ਵੇਖਣਾ ਕਰਦੇ ਆ। ਬਿਨ ਕੰਨਾ ਸੁਣਨਾ, ਬਾਹਰਲੇ ਕੰਨਾਂ ਤੋਂ ਬਿਨਾਂ ਹੀ ਅਨੁਭਵ ਨਾਲ ਉਹਨਾਂ ਨੂੰ ਦੂਰ ਦੇਸ਼ ਦੀ ਗੱਲ ਜਿਹੜੀ ਆ ਉਹ ਸੁਣ ਜਾਂਦੀ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਤਾਂ ਨਿਰੰਕਾਰ ਨੇ, ਪਰ ਚੋਜੀ ਪਾਤਸ਼ਾਹ ਜੀ ਨੇ ਉਦੋਂ ਜਦੋਂ ਮੂਲਾ ਖੱਤਰੀ ਨਾਲ ਚੱਲ ਗਿਆ ਸੀਗਾ ਤੇ ਮਹਾਰਾਜ ਜੀ ਤਾਂ ਇੰਨੀ ਜਿਹੜੇ ਹੈ ਕਈ ਯੋਜਨ ਦੂਰ ਮਹਾਰਾਜ ਬੈਠੇ ਸੀ ਤੇ ਹਜੂਰ ਨੇ ਕਿਹਾ ਮੂਲਿਆ ਤੇਰੀ ਤਾਂ ਘਰ ਵਾਲੀ ਚਿਖਾ ਬਣਾ ਕੇ ਲੱਗੀ ਸੜਨ, ਤੇ ਉਹਨੂੰ ਕਿਸੇ ਕਹਿਤਾ ਮੂਲਾ ਚੜਾਈ ਕਰ ਗਿਆ ਹੈ। ਸੱਚੇ ਪਾਤਸ਼ਾਹ ਜੀ ਨੂੰ ਮੂਲੇ ਕਿਹਾ ਮਹਾਰਾਜ ਮੈਂ ਤਾਂ ਜੀਂਦਾ, ਸੱਚੇ ਪਾਤਸ਼ਾਹ ਕਹਿਰ ਹੋ ਜਾਏਗਾ ਹੁਣ। ਮਹਾਰਾਜ ਕਹਿੰਦੇ ਘਰ ਤੇਰਾ ਬੜੀ ਦੂਰ ਹੈ, ਇੱਥੋਂ ਕਿਵੇਂ ਕਰੀਏ? ਕਹ ਮਹਾਰਾਜ ਮੈਨੂੰ ਕਿਰਪਾ ਕਰੋ ਪਹੁੰਚਾ ਦਿਓ। ਸਤਿਗੁਰਾਂ ਜੀ ਨੇ ਫਿਰ ਉਹਨੂੰ ਛਿਨ ਕਾਲ ਚ ਉੱਥੇ ਪਹੁੰਚਾਇਆ ਸੀ, ਆਪਦੀ ਘਰ ਵਾਲੀ ਨੂੰ ਬਚਾਇਆ ਸੀਗਾ। ਤੋ ਮਹਾਰਾਜ ਸਾਹਿਬ ਜੀ ਸੱਚੇ ਪਾਤਸ਼ਾਹ ਕਹਿੰਦੇ ਭਾਈ ਅਨੁਭਵ ਦੇ ਕੰਨ ਹੁੰਦੇ ਆ ਭਗਤਾਂ ਦੇ, ਗੁਰਸਿੱਖਾਂ ਦੇ, ਇਹ ਹਜੂਰ ਦੇ ਸ਼ਬਦ ਦੀ ਕਮਾਈ ਕਰਨ ਨਾਲ ਪ੍ਰਾਪਤ ਹੋ ਜਾਂਦੇ ਆ। ਦੂਰ ਦੇਸ਼ ਦੀਆਂ ਗੱਲਾਂ ਜਿਹੜੀਆਂ ਉਹ ਸੁਣ ਲੈਂਦੇ ਆ। ਪੈਰਾ ਬਾਝੋ ਚੱਲਣਾ, ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਬਿਨਾਂ ਹੀ ਪੈਰਾਂ ਤੋਂ ਜਿਹੜਾ ਹੈ ਉਹਨਾਂ ਦਾ ਚੱਲਣਾ ਹੁੰਦਾ ਹੈ। ਜਿਹੜਾ ਸਾਧ ਸੰਗਤ ਜੀ ਇਸ ਪ੍ਰਕਾਰ ਪਰਸ਼ੁਰਾਮ ਸੀਗਾ ਨਾ, ਇਹ ਜਦੋਂ ਸ਼੍ਰੀ ਰਾਮ ਚੰਦਰ ਜੀ ਨੇ ਸੀਤਾ ਨੂੰ ਵਰਨ ਵਾਸਤੇ ਧਨੁਸ਼ ਤੋੜਿਆ ਸੀ ਨਾ, ਤੇ ਉਸੋਂ ਇਹ ਜਿਹੜਾ ਸੀਗਾ ਮੰਦਰਾਚਲ ਪਰਬਤ ਦੇ ਉੱਤੇ ਸਮਾਧੀ ਲਾਈ ਬੈਠਾ ਸੀਗਾ। ਤੇ ਇਹਦੇ ਧਨੁਸ਼ ਦੇ ਟੁੱਟਣ ਨਾਲ ਕਹਿੰਦੇ ਨੇ ਫਿਰ ਸਾਰਾ ਜਿਹੜਾ ਸੀ ਆ ਬ੍ਰਹਿਮੰਡ ਨਾਦ ਨਾਲ ਗੂੰਜਿਆ ਤੇ ਇਹਦੀ ਸਮਾਧੀ ਖੁੱਲ ਗਈ। ਤੇ ਕਿਹੜੇ ਪੈਰਾਂ ਨਾਲ ਚੱਲ ਕੇ ਪਰਸ਼ੁਰਾਮ ਝਾਠੀ ਮਿਥਲਾਪੁਰੀ ਆ ਗਿਆ ਸੀ, ਜਿੱਥੇ ਕਿੱਥੇ ਹੁਣ ਉਹ ਪਰਬਤ, ਕਿੱਥੇ ਮਿਥਲਾਪੁਰੀ, ਜਿੱਥੇ ਸ਼੍ਰੀ ਰਾਮ ਚੰਦਰ ਜੀ ਤੇ ਸੀਤਾ ਜੀ ਦਾ ਸਵੰਬਰ ਹੋ ਰਿਹਾ। ਜਦੋਂ ਪ੍ਰਗਟ ਹੋਇਆ ਇੱਕਦਮ ਇਹ ਪਰਸ਼ੁਰਾਮ ਗੁੱਸੇ ਵਿੱਚ ਆਇਆ, ਕਹਿਣ ਲੱਗਾ ਇਹ 10ਵੇਂ ਪਾਤਸ਼ਾਹ ਜੀ ਮਹਾਰਾਜ ਸ਼੍ਰੀ ਦਸਮ ਗ੍ਰੰਥ ਦੇ ਅੰਦਰ ਲਿਖਿਆ ਹਜੂਰ ਨੇ ਕਿ ਇਹ ਗੁੱਸੇ ਵਿੱਚ ਆ ਗਿਆ। ਕਹਿੰਦਾ ਉਹਨੂੰ ਜਿੰਨੇ ਧਨੁਸ਼ ਤੋੜਿਆ ਮੈਂ ਉਹਦਾ ਸਿਰ ਵੱਢਾਂਗਾ ਹੁਣੇ ਹੀ। ਮੇਰੇ ਪੂਜੇ ਗੁਰੂ ਦਾ ਧਨੁਸ਼ ਕਿਹਨੇ ਤੋੜ ਦਿੱਤਾ? ਤੇ ਬੜਾ ਉੱਥੇ ਵਿਸਥਾਰ ਨਾਲ ਮਹਾਰਾਜ ਲਿਖਿਆ ਕਿ ਲਛਮਣ ਨਾਲ ਕਿਵੇਂ ਉਹਦੀ ਜਿਹੜੀ ਹੈ ਉਹ ਇਧਰੋਂ ਉਧਰੀ ਬੋਲ ਚਾਲ ਵਧਿਆ, ਗੁੱਸੇ ਵਿੱਚ ਆ ਗਿਆ ਪਰਸ਼ੁਰਾਮ। ਛਤਰੀ ਰਾਜੇ ਸਾਰੇ ਡਰ ਗਏ ਤੇ ਉਹ ਕਹਿਣ ਲੱਗਾ ਤੁਸੀਂ ਮੈਨੂੰ ਜਾਣਦੇ ਨਹੀਂ ਆ, ਮੈਂ 21 ਵਾਰ ਛਤਰੀਆਂ ਨੂੰ ਮਾਰ ਕੇ ਕੁੰਡ 'ਚ ਨਹਾਤਾ। ਤੇ ਲਛਮਣ ਨੇ ਕਿਹਾ ਵੀ ਉਹੋ ਜਿਹੇ ਛਤਰੀ ਤੈਨੂੰ ਟੱਕਰੇ ਨਹੀਂ ਪਰਸ਼ੁਰਾਮ। ਤੇ ਫਿਰ ਸ਼੍ਰੀ ਰਾਮ ਚੰਦਰ ਜੀ ਨੇ ਅੱਗੇ ਹੋ ਕਰਕੇ ਕਿਹਾ ਕਿ ਧਨੁਸ਼ ਮੈਂ ਤੋੜਿਆ, ਸਾਡੇ ਕੋਲੋਂ ਟੁੱਟਿਆ। ਪਹਿਲਾਂ ਤਾਂ ਮਹਾਰਾਜ ਲਿਖਿਆ ਕਿ ਭਾਈ ਉਹ ਜਦੋਂ ਇਉਂ ਕਿਹਾ ਕਿ ਸ਼੍ਰੀ ਰਾਮ ਚੰਦਰ ਜੀ ਨੇ ਚਰਨਾਂ ਨੂੰ ਪਰਸਿਆ ਨਾ, ਸਾਰੀ ਸ਼ਕਤੀ ਖਿੱਚ ਲਈ ਸੀ ਪਰਸ਼ੁਰਾਮ ਦੀ। ਤੇ ਫਿਰ ਪਰਸ਼ੁਰਾਮ ਨੇ ਕਿਹਾ ਕਿ ਮੈਨੂੰ ਯਕੀਨ ਆ ਜਾਵੇਗਾ। ਇਹ ਆਪਣੇ ਕੋਲੋਂ ਇੱਕ ਧਨੁਸ਼ ਦਿੱਤਾ ਉਸਨੇ। ਧਨੁਸ਼ ਦੇ ਕਰਕੇ ਕਹਿੰਦਾ ਜੇ ਇਹਦੇ ਉੱਤੇ ਤੁਸੀਂ ਤੀਰ ਦਾ ਅਨੁਸੰਧਾਨ ਕਰ ਦਿਓਗੇ ਮੈਨੂੰ ਪਤਾ ਲੱਗ ਜਾਏਗਾ ਕਿ ਤੁਸੀਂ ਕੌਣ ਹੋ, ਕਿਉਂਕਿ ਉਹਨੂੰ ਪਤਾ ਸੀ ਕਿ ਵਿਸ਼ਨੂੰ ਤੋਂ ਬਿਨਾਂ ਇਸ ਤੀਰ ਨੂੰ ਕੋਈ ਵੀ ਚਲਾ ਨਹੀਂ ਸਕਦਾ। ਤੇ ਜਿਸ ਸਮੇਂ ਸ਼੍ਰੀ ਰਾਮ ਚੰਦਰ ਜੀ ਹੁਣ ਆਪ ਖੁਦ ਵਿਸ਼ਨੂੰ ਦਾ ਅਵਤਾਰ ਸਨ, ਜਦੋਂ ਉਹਨਾਂ ਨੇ ਉਸ ਕਮਾਨ ਦੇ ਉੱਤੇ ਤੀਰ ਸਿੰਝ ਲਿਆ ਤੇ ਕਹਿਣ ਲੱਗੇ ਪਰਸ਼ੁਰਾਮ ਸਾਡਾ ਛਤਰੀਆਂ ਦਾ ਧਰਮ ਹੈ, ਤੂੰ ਬ੍ਰਾਹਮਣ ਹੈ, ਤੇਰੇ ਉੱਤੇ ਅਸੀਂ ਵਾਰ ਨਹੀਂ ਕਰ ਸਕਦੇ। ਤੇ ਤੈਨੂੰ ਇਹ ਵੀ ਪਤਾ ਹੈ ਕਿ ਇਹ ਦਿਵਯ ਸ਼ਸਤਰ ਜਿਹੜਾ ਉਹ ਖਾਲੀ ਨਹੀਂ ਜਾ ਸਕਦਾ। ਦੱਸ ਹੁਣ ਇਸ ਤੀਰ ਨੂੰ ਮਾਰ ਕੇ ਤੇਰਾ ਜਿਹੜਾ ਤਪੋਬਲ ਉਹ ਸਾਰਾ ਨਾਸ਼ ਕਰ ਦਈਏ ਕਿ ਜਿਹੜੀ ਤੇਰੀ ਬਿਨਾਂ ਪੈਰਾਂ ਤੋਂ ਮਨ ਦੀ ਆਉਣ ਜਾਣ ਦੀ ਸ਼ਕਤੀ ਨਾਲ ਤੂੰ ਝਾਟੀ ਧਰਤੀ ਤੇ ਆ ਜਾਣਾ, ਪਰਬਤ ਤੇ ਚਲੇ ਜਾਣਾ, ਜਾਂ ਉਹ ਸ਼ਕਤੀ ਦਾ ਨਾਸ਼ ਕਰ ਦਈਏ। ਫਿਰ ਪਰਸ਼ੁਰਾਮ ਨੇ ਹੱਥ ਜੋੜ ਲਏ, ਮਹਾਰਾਜ ਲਿਖਿਆ ਸਾਰਾ ਕੁਝ। ਤੇ ਪਰਸ਼ੁਰਾਮ ਨੇ ਹੱਥ ਜੋੜ ਲਏ, ਕਹਿਣ ਲੱਗਾ ਮਹਾਰਾਜ ਮੇਰੀ ਉਸ ਸ਼ਕਤੀ ਦਾ ਨਾਸ਼ ਨਾ ਕਰਿਓ। ਜਦੋਂ ਤੋਂ ਮੈਨੂੰ ਸਰਾਪਿਆ ਹੋਇਆ ਨਾ, ਮੈਂ ਰਾਤ ਧਰਤੀ ਤੇ ਨਹੀਂ ਸੌਂ ਸਕਦਾ। ਉਸ ਸ਼ਕਤੀ ਦੀ ਅਵਸ਼ ਲੋੜ ਹੁੰਦੀ ਮੈਨੂੰ ਰਾਤਰੀ ਦੇ ਸਮੇਂ, ਮੈਂ ਉਸ ਪਰਬਤ ਤੇ ਜਾ ਕਰਕੇ ਆਰਾਮ ਕਰਨਾ ਹੁੰਦਾ ਹੈ। ਇਸ ਕਰਕੇ ਮੇਰਾ ਤਪੋ ਪਲ ਜਿਹੜਾ ਨਾ ਉਹ ਤੁਸੀਂ ਨਾਸ਼ ਕਰ ਦਿਓ, ਜਿਸ ਦੇ ਨਾਲ ਮੇਰਾ ਹੰਕਾਰ ਨਾਸ਼ ਹੋ ਜਾਊਗਾ, ਮੇਰੀ ਹਉਮੈ ਨਾਸ਼ ਹੋ ਜਾਵੇਗੀ। ਇਉਂ ਫਿਰ ਇਹ ਜਿਹੜਾ ਪਰਸ਼ੁਰਾਮ ਸੀਗਾ ਨਾ ਸਾਧ ਸੰਗਤ ਜੀ, ਬਿਨਾਂ ਹੀ ਪੈਰਾਂ ਤੋਂ ਕਿਵੇਂ ਚੱਲ ਕੇ ਪ੍ਰਗਟ ਹੋ ਜਾਂਦਾ ਸੀਗਾ। ਇਹ ਜਿਹੜੇ ਹਨ ਨਾ ਇਹ ਸੁਰਤ ਦੇ ਕਰਕੇ ਪੈਰ ਹੁੰਦੇ ਆ, ਅਨੁਭਵ ਦੇ ਪੈਰ ਹੁੰਦੇ ਆ ਭਗਤਾਂ ਦੇ ਕੋਲ। ਉਹ ਸਾਧ ਸੰਗਤ ਜੀ ਜਦੋਂ ਮਹਾਰਾਜ ਜੀ ਦਾ ਦਰਸ਼ਨ ਕਰਨਾ ਚਾਹਣ
ਬੈਠੇ ਕਿਤੇ ਹੋਣ, ਕਿਸੇ ਸਥਾਨ ਤੇ ਜਾ ਕਰਕੇ ਉਹ ਦਰਸ਼ਨ ਕਰ ਸਕਦੇ ਐ। ਇਉਂ ਹਜੂਰ ਫਰਮਾਉਂਦੇ ਹਨ, ਪੈਰਾ ਬਾਝੋ ਚੱਲਣਾ। ਬਿਨਾਂ ਹੀ ਪੈਰਾਂ ਤੋਂ ਮਹਾਰਾਜ ਕਹਿੰਦੇ ਭਾਈ ਉਹਨਾਂ ਨੂੰ ਜਿਹੜਾ ਹੈ ਨਾ ਅਨੁਭਵ ਦੇ ਨਾਲ ਚੱਲ ਪੈਂਦੇ ਆ, ਪਹੁੰਚ ਜਾਂਦੇ ਆ। ਬਿਨ ਹੱਥਾ ਕਰਨਾ। ਸਤਿਗੁਰੂ ਜੀ ਕਹਿੰਦੇ ਬਿਨਾਂ ਹੀ ਬਾਹਰਲੇ ਹੱਥਾਂ ਤੋਂ ਅਨੁਭਵ ਦੇ ਨਾਲ ਹੀ ਪਰਮੇਸ਼ਰ ਨਾਲ ਜਿਹੜਾ ਹੈ ਨਾ ਉਹ ਸਾਧ ਸੰਗਤ ਜੀ ਲੈਣ ਦੇਣ ਕਰ ਲੈਂਦੇ ਆ। ਪ੍ਰਤੱਖ ਮਹਾਰਾਜ ਸਾਹਿਬ ਜੀ ਨੂੰ ਉਹ ਫੁੱਲ ਵੀ ਭੇਟ ਕਰ ਦਿੰਦੇ ਆ। ਅੰਦਰਲੇ ਅਨੁਭਵੀ ਹੱਥਾਂ ਦੇ ਨਾਲ ਹੀ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਨਾਲ ਉਹ ਸਾਧ ਸੰਗਤ ਜੀ ਜਿਹੜਾ ਹੈ ਇਸ ਪ੍ਰਕਾਰ ਆਦਾਨ ਪ੍ਰਦਾਨ ਕਰ ਲੈਂਦੇ, ਅਨੁਭਵੀ ਹੱਥਾਂ ਨਾਲ ਸੇਵਾ ਵੀ ਕਰ ਲੈਂਦੇ ਆ। ਜੀਭੈ ਬਾਝੋ ਬੋਲਣਾ। ਪ੍ਰਤੱਖ ਜੀਵ ਤੋਂ ਬਿਨਾਂ ਹੀ ਅਨੁਭਵੀ ਜੀਵ ਦੇ ਨਾਲ ਮਹਾਰਾਜ ਦੇ ਨਾਲ ਗੱਲਾਂ ਕਰਦੇ ਆ। ਇਉਂ ਜੀਵਤ ਮਰਣਾ। ਇਉਂ ਮਹਾਰਾਜ ਕਹਿੰਦੇ ਭਾਈ ਜਿਨ੍ਹਾਂ ਨੇ ਅਨੁਭਵੀ ਗਿਆਨ ਪ੍ਰਾਪਤ ਕੀਤਾ ਹੈ ਨਾ, ਜੀਵਤ ਭਾਵ ਤੋਂ ਮਰਨਾ ਕੀਤਾ ਤੇ ਫਿਰ ਅਨੁਭਵੀ ਗਿਆਨ ਪ੍ਰਾਪਤ ਹੁੰਦਾ, ਅੰਦਰ ਹੀ ਅਨੁਭਵ ਖੁੱਲ ਜਾਂਦਾ ਏ। ਨਾਨਕ ਹੁਕਮ ਪਛਾਣ ਕੇ। ਸਤਿਗੁਰੂ ਜੀ ਕਹਿੰਦੇ ਹੋ ਭਾਈ ਵਾਹਿਗੁਰੂ ਦੇ ਹੁਕਮ ਨੂੰ ਪਹਿਚਾਣ ਕਰਕੇ ਤਉ ਖਸਮੈ ਮਿਲਣਾ। ਤਾਂ ਖਸਮ ਨਾਲ ਵਾਹਿਗੁਰੂ ਨਾਲ ਮਿਲਣਾ ਹੁੰਦਾ, ਤਾਂ ਮਿਲਾਪ ਹੁੰਦਾ। ਇਸੇ ਪ੍ਰਕਾਰ ਹੀ ਅੱਖੀ ਬਾਝੋ ਵੇਖਣਾ। ਇਹ ਸਾਧ ਸੰਗਤ ਜੀ ਸੰਕੇਤਕ ਅਰਥ ਹਨ। ਇਸ ਪ੍ਰਕਾਰ ਅੱਖੀਂ ਬਾਝੋਂ ਵੇਖਣਾ ਕਹਿੰਦੇ ਅੱਖਾਂ ਜਿਵੇਂ ਵੇਖਣ ਦਾ ਹੀ ਕੰਮ ਕਰਦੀਆਂ ਹਨ, ਅੱਖਾਂ ਤੋਂ ਬਿਨਾਂ ਕਿਸੇ ਨੇ ਕੀ ਵੇਖਣਾ ਏ। ਬਿਨ ਕੰਨਾ ਸੁਣਨਾ। ਕੰਨ ਜਿਵੇਂ ਸੁਣਨ ਦਾ ਹੀ ਕੰਮ ਕਰਦੇ ਆ, ਬਿਨਾਂ ਕੰਨਾਂ ਤੋਂ ਕਿਸੇ ਕੀ ਸੁਣਨਾ ਏ। ਪੈਰਾ ਬਾਝੋ ਚੱਲਣਾ। ਤੇ ਪੈਰਾਂ ਨਾਲ ਹੀ ਚੱਲੀਦਾ ਨਾ, ਤੇ ਪੈਰਾਂ ਤੋਂ ਬਿਨਾਂ ਕਿਸੇ ਨੇ ਕੀ ਚੱਲਣਾ ਹੈ। ਬਿਨ ਹੱਥਾ ਕਰਨਾ। ਮਹਾਰਾਜ ਕਹਿੰਦੇ ਭਾਈ ਹੱਥਾਂ ਨਾਲ ਹੀ ਸਾਰੇ ਕੰਮ ਕਰੀਦੇ, ਹੱਥਾਂ ਤੋਂ ਬਿਨਾਂ ਕਿਸੇ ਕੀ ਕਰਨਾ ਏ। ਜੀਭੈ ਬਾਝੋ ਬੋਲਣਾ। ਤੇ ਜੀਭ ਬੋਲਣ ਦਾ ਕੰਮ ਕਰਦੀ ਹੈ, ਜੀਭ ਤੋਂ ਬਿਨਾਂ ਕਿਸੇ ਕੀ ਬੋਲਣਾ ਹੈ। ਇਸ ਕਰਕੇ ਮਹਾਰਾਜ ਕਹਿੰਦੇ ਭਾਈ ਜੀਭ ਤੋਂ ਬਿਨਾਂ ਜਿਵੇਂ ਬੋਲਿਆ ਨਹੀਂ ਜਾਂਦਾ, ਇਉਂ ਜੀਵਤ ਮਰਣਾ। ਇਸ ਤਰ੍ਹਾਂ ਜਾਣ ਕੇ ਮਹਾਰਾਜ ਕਹਿੰਦੇ ਭਾਈ ਜੀਵਤ ਭਾਵ ਤੋਂ ਮਰਨਾ ਚਾਹੀਦਾ ਹੈ। ਕਿਉਂਕਿ ਅੱਖਾਂ ਵਾਹਿਗੁਰੂ ਨੇ ਵੇਖਣ ਨੂੰ ਦਿੱਤੀਆਂ ਨੇ, ਕੰਨ ਸੁਣਨ ਨੂੰ ਦਿੱਤੇ ਐ, ਤੇ ਕਾਹਨੂੰ ਐਵੇਂ ਸੰਸਾਰ ਵੇਖੀ ਜਾਂਦੇ ਆ, ਕਾਹਨੂੰ ਐਵੇਂ ਰੰਗ ਰਾਦ ਸੁਣੀ ਜਾਂਦੇ ਆ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਅੱਖਾਂ ਤੋਂ ਬਿਨਾਂ ਜਿਵੇਂ ਵੇਖਿਆ ਨਹੀਂ ਜਾਂਦਾ, ਕੰਨਾਂ ਤੋਂ ਬਿਨਾਂ ਜਿਵੇਂ ਸੁਣਿਆ ਨਹੀਂ ਜਾਂਦਾ, ਜੇ ਵਾਹਿਗੁਰੂ ਨੇ ਵੇਖੋ ਪੈਰਾਂ ਤੋਂ ਬਿਨਾਂ ਚੱਲਿਆ ਨਹੀਂ ਜਾਂਦਾ, ਹੱਥਾਂ ਤੋਂ ਬਿਨਾਂ ਕੁਝ ਪਕੜਿਆ ਨਹੀਂ ਜਾਂਦਾ, ਜੀਭ ਤੋਂ ਬਿਨਾਂ ਜਿਵੇਂ ਬੋਲਿਆ ਨਹੀਂ ਜਾਂਦਾ, ਜੇ ਵਾਹਿਗੁਰੂ ਨੇ ਇਹ ਦਿੱਤੇ ਆ ਤੇ ਭਾਈ ਇਹਨਾਂ ਇੰਦਰੀਆਂ ਨੂੰ ਸਫਲ ਕਰੋ, ਜੀਵਤ ਭਾਵ ਤੋਂ ਮਰਨਾ ਕਰੋ। ਕਿਉਂ ਇਹਨਾਂ ਇੰਦਰੀਆਂ ਨਾਲ ਮਹਾਰਾਜ ਕਹਿੰਦੇ ਭਾਈ ਜਿਹੜਾ ਗਲਤ ਪਾਸੇ ਲਾ ਰਹੇ ਹੋ, ਤੇ ਜਿਨ੍ਹਾਂ ਕੋਲ ਇੰਦਰੇ ਹੈ ਨਹੀਂਗੇ ਉਹਨਾਂ ਨੂੰ ਪੁੱਛੋ ਕਿ ਕੀ ਹਾਲ ਹੁੰਦਾ ਹੈ। ਇਉਂ ਮਹਾਰਾਜ ਕਹਿੰਦੇ ਭਾਈ ਜਾਣ ਕਰਕੇ ਇਹ ਸੰਕੇਤਕ ਅਰਥ ਹਨ, ਜੀਵਤ ਭਾਵ ਤੋਂ ਮਰਨਾ ਕਰੋ। ਨਾਨਕ ਹੁਕਮ ਪਛਾਣ ਕੇ। ਇਉਂ ਸਤਿਗੁਰੂ ਜੀ ਕਹਿੰਦੇ ਭਾਈ ਵਾਹਿਗੁਰੂ ਦੇ ਹੁਕਮ ਨੂੰ ਪਹਿਚਾਣ ਕੇ ਜਾਣ ਕੇ ਤਉ ਖਸਮੈ ਮਿਲਣਾ। ਤਾਂ ਖਸਮ ਨਾਲ ਮਾਲਕ ਨਾਲ ਮਿਲਾਪ ਹੁੰਦਾ ਹੈ। ਕੱਲ ਜਿਨ੍ਹਾਂ ਅਰਥਾਂ ਵਿੱਚੋਂ ਰਹਿ ਗਏ ਸੀ ਸਾਧ ਸੰਗਤ ਜੀ ਇੰਨੇ ਕੁ ਚੇਤੇ ਰਹੇ। ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਕਿਰਪਾ ਕਰਨ। ਹੁਣ ਆਪ ਅੱਗੇ ਸੁਣੋ। ਮਹੱਲਾ ਦੂਜਾ। ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਫਰਮਾਉਂਦੇ ਹਨ, ਦਿਸੈ ਸੁਣੀਐ ਜਾਣੀਐ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਜਿਹੜੇ ਤੱਤ ਵੇਤੇ ਆ ਨਾ ਉਹਨਾਂ ਨੂੰ ਦਿਸ ਪੈਂਦਾ ਹੈ ਵਾਹਿਗੁਰੂ, ਤੇ ਫਿਰ ਉਹ ਸੁਣਦੇ ਆ ਕੰਨਾਂ ਦੇ ਨਾਲ ਵਾਹਿਗੁਰੂ ਦਾ ਨਾਮ, ਤੇ ਜਾਣ ਲੈਂਦੇ, ਉਹਨਾਂ ਨੂੰ ਅਨੁਭਵ ਹੋ ਜਾਂਦਾ ਏ। ਸੌ ਨ ਪਾਇਆ ਜਾਏ। ਜਿਹੜੇ ਮਨਮੁਖ ਹੋਏ ਮਹਾਰਾਜ ਕਹਿੰਦੇ ਭਾਈ ਅਗਿਆਨੀ ਜੀਵ, ਉਹਨਾਂ ਕੋਲੋਂ ਪਰਮੇਸ਼ਰ ਦੇ ਨਾਮ ਦਾ ਸਵਾਦ ਹੀ ਨਹੀਂ ਪਾਇਆ ਜਾਂਦਾ, ਉਹਨਾਂ ਨੂੰ ਰਾਸੀ ਮਹਾਰਾਜ ਕਹਿੰਦੇ ਭਾਈ ਨਹੀਂ ਪ੍ਰਾਪਤ ਹੁੰਦਾ। ਇਸੇ ਪ੍ਰਕਾਰ ਹੀ ਦਿਸੈ ਸੁਣੀਐ ਜਾਣੀਐ। ਮਹਾਰਾਜ ਕਹਿੰਦੇ ਭਾਈ ਦਿਸਦਾ ਹੈ ਪਰਮੇਸ਼ਰ, ਕਿਉਂਕਿ ਸੱਤਾ ਕਰਕੇ ਸਾਰਾ ਕੁਝ ਸੰਸਾਰ ਉਹਦੀ ਸੱਤਾ ਨਾਲ ਹੀ ਚੱਲ ਰਿਹਾ ਹੈ ਨਾ। ਇਸ ਪ੍ਰਕਾਰ ਸੰਸਾਰ ਦਿਸ ਰਿਹਾ ਹੈ, ਸੰਸਾਰ ਦੇ ਅੰਦਰ ਉਹ ਆਪ ਸਮਾਇਆ ਹੋਇਆ ਹੈ। ਸਤਿਗੁਰੂ ਜੀ ਕਹਿੰਦੇ ਭਾਈ ਜਿਹੜੀ ਸੱਤਾ ਹੈ ਨਾ ਉਹਦੇ ਕਰਕੇ ਦਿਸਦਾ ਹੈ, ਤੇ ਇਸ ਪ੍ਰਕਾਰ ਸ਼ਰਧਾ ਤੇ ਵਿਸ਼ਵਾਸ ਰੂਪੀ ਕੰਨਾਂ ਨਾਲ ਸੁਣੀਦਾ ਹੈ, ਤੇ ਗਰੀਬ ਨਵਾਜ ਕਹਿੰਦੇ ਭਾਈ ਦਿਲ ਦੇ ਭਾਵ ਨਾਲ ਜਾਣੀਦਾ ਏ। ਸੌ ਨ ਪਾਇਆ ਜਾਏ। ਪਰ ਜਿਹੜੇ ਮਹਾਰਾਜ ਕਹਿੰਦੇ ਭਾਈ ਨਹੀਂ ਇਸ ਭਾਵ ਨੂੰ ਇੰਨੀ ਸੂਖਸ਼ਮ ਨੂੰ ਬੁੱਝਦੇ, ਉਹਨਾਂ ਕੋਲੋਂ ਵਾਹਿਗੁਰੂ ਦੇ ਨਾਮ ਦਾ ਸਵਾਦ ਨਹੀਂ ਸਤਿਗੁਰੂ ਜੀ ਕਹਿੰਦੇ ਪਾਇਆ ਜਾਂਦਾ। ਇਸੇ ਪ੍ਰਕਾਰ ਹੀ ਦਿਸੈ ਸੁਣੀਐ ਜਾਣੀਐ। ਹਜੂਰ ਕਹਿੰਦੇ ਭਾਈ ਸਾਹਮਣੇ ਸੰਸਾਰ ਵਿੱਚ ਜੀਵ ਚੜ੍ਹਾਈ ਕਰਦੇ ਹੋਏ ਦਿਸਦੇ ਐ। ਮਹਾਰਾਜ ਨੇ ਕਿਹਾ ਨਾ ਕਿ ਇੱਕ ਜਿਹੜੇ ਲੋਕ ਹੈ ਉਹ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇੱਕ ਬਿਨਸਾ ਇੱਕ ਅਸਥਿਰ ਮਨ ਹੈ।
ਅਚਰਜ ਲਖਿਓ ਨਾ ਜਾਈ। ਇਹ ਤਾਂ ਮਹਾਰਾਜ ਕਹਿੰਦੇ ਬੜੀ ਹੈਰਾਨੀ ਸਾਡੇ ਕੋਲੋਂ ਲਖੀ ਨਹੀਂ ਜਾਂਦੀ ਕਿ ਇੱਕ ਸਾਹਮਣੇ ਚੜ੍ਹਾਈ ਕਰਦਾ ਪਿਆ ਤੇ ਉਹ ਫਿਰ ਵੀ ਦੂਸਰਾ ਸੋਚਦਾ ਨਹੀਂ ਮੈਂ ਰਹਾਂਗਾ। ਭਈ ਤੇਰੀ ਕਾਇਆ ਜਿਹੜੀ ਆ ਉਹਦੇ ਨਾਲੋਂ ਵੱਖਰੀ ਹੈ, ਲੋਹੇ ਦੀ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਦਿਸਦਾ ਹੈ ਸਾਹਮਣੇ ਚੜ੍ਹਾਈ ਕਰ ਗਿਆ ਹੈ ਤੇ ਸੁਣੀਐ ਵੇਦਾਂ ਸ਼ਾਸਤਰਾਂ ਦੁਆਰਾ, ਸੁਣਦਾ ਵੀ ਹੈ ਕਿ ਸੰਸਾਰ ਮਿੱਥਿਆ ਹੈ, ਛੱਡ ਕੇ ਚਲੇ ਜਾਣਾ ਹੈ। ਗੁਰੂ ਜੀ ਦੇ ਉਪਦੇਸ਼ ਦੁਆਰਾ ਵੀ ਸੁਣਦਾ ਹੈ ਕਿ ਇਹ ਜਗਤ ਮੈਂ ਝੂਠੀ ਦੇਖੀ ਪ੍ਰੀਤ, ਕੋਈ ਵੀ ਸੰਸਾਰ ਦੇ ਅੰਦਰ ਜਿਹੜਾ ਹੈ ਉਹ ਸੱਚਾ ਨਹੀਂ ਹੈ, ਸਾਰਾ ਜਗਤ ਹੀ ਝੂਠ ਦੀ ਇੱਕ ਜਿਵੇਂ ਲਹਿਰ ਉੱਠੀ ਹੋਈ ਹੈ ਪਾਣੀ ਉੱਤੇ, ਐਵੇਂ ਥੋੜੇ ਚਿਰ ਵਾਸਤੇ ਹੀ ਹੈ, ਮਿੱਥਿਆ ਹੈ ਸਾਰਾ ਜਗਤ। ਸੁਣਦਾ ਵੀ ਹੈ ਪਰ ਮਹਾਰਾਜ ਕਹਿੰਦੇ ਭਾਈ ਜਾਣ ਨਹੀਂ ਪਾਉਂਦਾ ਹੈ। ਇਸ ਗੱਲ ਨੂੰ ਆਪਣੇ ਮਨ ਦੇ ਅੰਦਰ ਜਾਣ ਵੀ ਲੈਂਦਾ ਥੋੜੇ ਸਮੇਂ ਲਈ, ਫਿਰ ਮਹਾਰਾਜ ਕਹਿੰਦੇ ਭਾਈ ਭੁੱਲ ਜਾਂਦਾ ਏ, ਸਾਉ ਨ ਪਾਇਆ ਜਾਏ। ਇਸੇ ਕਰਕੇ ਮਹਾਰਾਜ ਕਹਿੰਦੇ ਵਾਹਿਗੁਰੂ ਦੇ ਨਾਮ ਦਾ ਭਾਈ ਜਿਹੜਾ ਸਾਉ ਸਵਾਦ ਹੈ ਨਾ ਉਹ ਇਹਦੇ ਕੋਲੋਂ ਪਾਇਆ ਨਹੀਂ ਜਾਂਦਾ ਹੈ। ਜੇ ਤਾਂ ਵੇਖ ਲਵੇ ਕਿ ਇਹ ਜਗਤ ਜਿਹੜਾ ਹੈ ਮਿੱਥਿਆ ਹੈ, ਦਿਸ ਵੀ ਰਿਹਾ ਸਾਹਮਣੇ, ਫਿਰ ਮਹਾਰਾਜ ਕਹਿੰਦੇ ਭਾਈ ਜਦੋਂ ਦੇਖਦਾ ਵੀ ਹੈ ਤੇ ਸਾਰਾ ਕੁਝ ਇਹਨੂੰ ਸਮਝ ਵੀ ਪੈ ਰਹੀ ਹੈ ਤੇ ਫਿਰ ਵੀ ਪਰਮੇਸ਼ਰ ਦੇ ਨਾਮ ਦਾ ਸਵਾਦ ਨਹੀਂ ਪਾ ਰਿਹਾ, ਇਹ ਤਾਂ ਭਾਗਾਂ ਦੀ ਫਿਰ ਸਾਧ ਸੰਗਤ ਜੀ ਘਾਟ ਹੈ ਨਾ ਕਿ ਪਰਮੇਸ਼ਰ ਦੀ ਜਿਹੜੀ ਹੈ ਐਡੀ ਅਦੁੱਤੀ ਵਡਮੁੱਲੀ ਦਾਤ ਉਹਨੂੰ ਮਹਾਰਾਜ ਕਹਿੰਦੇ ਭਾਈ ਨਹੀਂ ਪ੍ਰਾਪਤ ਕਰ ਪਾਉਂਦਾ। ਨਾਮ ਦਾ ਰਸ, ਆਤਮਿਕ ਆਨੰਦ ਉਹਨੂੰ ਨਹੀਂ ਪਾਇਆ ਜਾ ਸਕਦਾ ਇਸ ਜੀਵ ਕੋਲੋਂ। ਰੋਹਲਾ ਟੁੰਡਾ ਅੰਧੁਲਾ। ਮਹਾਰਾਜ ਇਹਦਾ ਕਾਰਨ ਕੀ ਹੈ? ਸਤਿਗੁਰੂ ਜੀ ਕਹਿੰਦੇ ਭਾਈ ਜੇ ਰੋਹਲਾ ਕੋਈ ਪਿੰਗਲਾ ਹੋਵੇ ਤੇ ਫਿਰ ਅੰਧਲਾ ਅੱਖਾਂ ਤੋਂ ਅੰਨਾ ਹੋਵੇ, ਰੋਹਲਾ ਫਿਰ ਪੜੋ ਰੋਹਲਾ ਟੁੰਡਾ ਅੰਧੁਲਾ। ਤੇ ਮਹਾਰਾਜ ਕਹਿੰਦੇ ਹੱਥਾਂ ਤੋਂ ਬਿਨਾ ਹੋਵੇ, ਟੁੰਡਾ ਹੋਵੇ ਤੇ ਅੱਖਾਂ ਤੋਂ ਅੰਨਾ ਹੋਵੇ, ਪ੍ਰਤੱਖ ਪੈਰ ਵੀ ਨਾ ਹੋਣ, ਹੱਥ ਵੀ ਨਾ ਹੋਣ, ਪੈਰਾਂ ਤੋਂ ਪਿੰਗਲਾ ਹੋਵੇ, ਅੱਖਾਂ ਤੋਂ ਅੰਨਾ ਹੋਵੇ, ਹੱਥਾਂ ਤੋਂ ਬਿਨਾ ਹੋਵੇ, ਭਾਵ ਟੁੰਡਾ ਹੋਵੇ। ਕਿਉਂ ਗਲ ਲੱਗੈ ਧਾ। ਮਹਾਰਾਜ ਕਹਿੰਦੇ ਦੱਸੋ ਭਾਈ ਹੁਣ ਕਿਸੇ ਦੇ ਦੌੜ ਕੇ ਗਲੀ ਲੱਗਣਾ ਹੋਇਆ ਆਪਣੇ ਪਿਆਰੇ ਦੇ ਤੇ ਕਿਵੇਂ ਲੱਗੇਗਾ? ਲੱਗ ਸਕਦਾ ਹੈ? ਇੱਕ ਤਾਂ ਅੰਨਾ, ਉਹਨੂੰ ਪਤਾ ਹੀ ਨਹੀਂ ਕਿ ਮੇਰਾ ਪਿਆਰਾ ਕਿੱਥੇ ਖਲੋਤਾ ਹੈ, ਤੇ ਫਿਰ ਮਹਾਰਾਜ ਕਹਿੰਦੇ ਭਾਈ ਪੈਰ ਹਾਨੀ, ਕਿਵੇਂ ਤੁਰ ਕੇ ਭੱਜ ਕੇ ਉਹਦੇ ਗਲ ਲੱਗ ਜਾਏਗਾ? ਤੇ ਗਲ ਲੱਗੇਗਾ ਵੀ ਕਾਹਦੇ ਨਾਲ ਜਦੋਂ ਬਾਹਾਂ ਹੀ ਹੈ ਨਹੀਂ, ਹੱਥ ਹੀ ਹੈ ਨਹੀਂ, ਤੇ ਫਿਰ ਗਲ ਵੀ ਕਿਵੇਂ ਲੱਗ ਜਾਏਗਾ ਨਾ। ਮਹਾਰਾਜ ਸਾਹਿਬ ਜੀ ਫਰਮਾਉਂਦੇ ਹਨ ਇਸੇ ਪ੍ਰਕਾਰ ਹੀ ਰੋਹਲਾ ਟੁੰਡਾ ਅੰਧੁਲਾ। ਮਹਾਰਾਜ ਕਹਿੰਦੇ ਪਿੰਗਲਾ ਹੈ ਜੀਵ, ਰੋਹਲਾ ਪਿੰਗਲਾ ਹੈ ਜੀਵ, ਸਾਧਨਾ ਰੂਪੀ ਸਾਧ ਸੰਗਤ ਜੀ ਪੈਰ ਹੈ ਨਹੀਂ, ਅੰਮ੍ਰਿਤ ਵੇਲੇ ਦਾ ਉੱਠਣਾ ਨਹੀਂ ਹੈ, ਵਾਹਿਗੁਰੂ ਦਾ ਭਜਨ ਨਹੀਂ ਹੈ, ਨਿਤਨੇਮ ਨਹੀਂ ਹੈ, ਇਹ ਸੇਵਾ ਨਹੀਂ ਹੈ। ਮਹਾਰਾਜ ਕਹਿੰਦੇ ਭਾਈ ਇਹ ਸਾਧਨਾ ਰੂਪੀ ਪੈਰਾਂ ਤੋਂ ਹਜੂਰ ਕਹਿੰਦੇ ਭਾਈ ਰਹਿਤ ਹੈ। ਟੁੰਡਾ ਅੰਧੁਲਾ। ਤੇ ਫਿਰ ਮਹਾਰਾਜ ਕਹਿੰਦੇ ਭਾਈ ਟੁੰਡਾ ਹੈ, ਸ਼ਰਧਾ ਰੂਪੀ ਹੱਥਾਂ ਤੋਂ ਬਿਨਾ ਹੈ, ਸ਼ਰਧਾ ਰੂਪੀ ਹੱਥ ਹੀ ਹੈ ਨਹੀਂ, ਤੇ ਫਿਰ ਸਾਧ ਸੰਗਤ ਜੀ ਅੰਨਾ ਹੈ ਕਿ ਅਪਰੋਖ ਤੇ ਪਰੋਖ ਗਿਆਨ ਰੂਪੀ ਨੇਤਰ ਹੈ ਨਹੀਂ। ਫਿਰ ਸਾਧ ਸੰਗਤ ਜੀ ਇਸ ਪ੍ਰਕਾਰ ਵਿਵੇਕ ਅਤੇ ਸਾਧ ਸੰਗਤ ਜੀ ਵਿਰਾਗ ਦੇ ਨੇਤਰ ਹੈ ਨਹੀਂ, ਜਿਨ੍ਹਾਂ ਕਰਕੇ ਮਹਾਰਾਜ ਕਹਿੰਦੇ ਭਾਈ ਅੰਨਾ ਹੋਇਆ ਪਿਆ ਹੈ। ਕਿਉਂ ਗਲ ਲੱਗੈ ਧਾਇ। ਦੱਸੋ ਹੁਣ ਪ੍ਰਤੱਖ ਵਾਹਿਗੁਰੂ ਦੇ ਗਲ ਕਿਵੇਂ ਧਾ ਕੇ ਦੌੜ ਕੇ ਲੱਗ ਜਾਵੇ? ਜਿਨ੍ਹਾਂ ਕੋਲ ਸਾਧ ਸੰਗਤ ਜੀ ਸਾਧਨਾ ਰੂਪੀ ਪੈਰ ਹਨ, ਸ਼ਰਧਾ ਰੂਪੀ ਹੱਥ ਹਨ, ਵਿਵੇਕ ਤੇ ਵਿਰਾਗ ਦੇ ਨੇਤਰ ਵੈ, ਤੇ ਉਹ ਫਿਰ ਫਰੀਦ ਜੀ ਵਾਂਗ ਭੱਜ ਕੇ ਮਹਾਰਾਜ ਦੇ ਗਲ ਲੱਗ ਜਾਂਦੇ ਆ, ਅਭੇਦ ਨਿਸ਼ਚੇ ਰੂਪੀ ਕੰਠ ਨਾਲ ਲੱਗ ਜਾਂਦੇ ਆ, ਪਰਮੇਸ਼ਰ ਦੇ ਨਾਲ ਜੁੜ ਜਾਂਦੇ ਆ। ਇਉਂ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਆ ਭਾਈ ਕਿਵੇਂ ਜਿਹੜਾ ਹੈ ਪਿੰਗਲਾ ਹੋਵੇ ਪੈਰਾਂ ਤੋਂ, ਹੱਥਾਂ ਤੋਂ ਟੁੰਡਾ ਹੋਵੇ, ਅੱਖਾਂ ਤੋਂ ਅੰਨਾ ਹੋਵੇ, ਪ੍ਰਤੱਖ ਵੀ ਆਪਣੇ ਪਿਆਰੇ ਦੇ ਗਲ ਲੱਗਣਾ ਹੋਵੇ, ਤੇ ਕਿਵੇਂ ਲੱਗ ਸਕਦਾ? ਨਹੀਂ ਨਾ ਲੱਗ ਸਕਦਾ। ਇਹ ਹਜੂਰ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਪ੍ਰਮਾਣ ਦਿੰਦੇ ਆ। ਸਿੱਖਾਂ ਨੇ ਪੁੱਛਿਆ ਸੀ ਕਿ ਮਹਾਰਾਜ ਕਿਵੇਂ ਮਿਲੀਏ ਵਾਹਿਗੁਰੂ ਨੂੰ? ਹਜੂਰ ਦੱਸਦੇ ਆ ਕਿ ਭਾਈ ਇਹ ਸਾਧਨਾ ਰੂਪੀ ਪੈਰ ਬਣਾ ਲਓ, ਸ਼ਰਧਾ ਰੂਪੀ ਹੱਥ ਬਣਾ ਲਓ, ਤੇ ਵਿਵੇਕ ਤੇ ਵਿਰਾਗ ਦੇ ਨੇਤਰ ਮਹਾਰਾਜ ਕਹਿੰਦੇ ਭਾਈ ਲੈ ਲਓ। ਤੇ ਜਦੋਂ ਇਹ ਸਾਰੇ ਹੋਏ ਤੇ ਧਾ ਕੇ ਦੌੜ ਕੇ ਫਿਰ ਮਹਾਰਾਜ ਕਹਿੰਦੇ ਭਾਈ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਗਲ ਲੱਗ ਜਾਓਗੇ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਤੁਹਾਨੂੰ ਆਪਣੇ ਅਭੇਦ ਨਿਸ਼ਚੈ ਰੂਪੀ ਕੰਠ ਨਾਲ ਲਾ ਲੈਣਗੇ। ਸੱਚੇ ਪਾਤਸ਼ਾਹ ਜੀ ਮਹਾਰਾਜ ਇਉਂ ਫਿਰ ਆਪਣੇ ਵਿੱਚ ਹੀ ਅਭੇਦ ਕਰ ਲੈਂਦੇ। ਮਹਾਰਾਜ ਕਹਿੰਦੇ ਭਾਈ ਸੇਵਕ ਕੋਲੋਂ ਜੇ ਇਹ ਚੀਜ਼ਾਂ ਹੋਣ, ਪਿਆਰੇ ਕੋਲ, ਜਗਿਆਸੂ ਕੋਲ,
ਤਾਂ ਹੀ ਉਹ ਧਾ ਕੇ ਆਪਣੇ ਪ੍ਰੀਤਮ ਪਿਆਰੇ ਦੇ ਦੌੜ ਕੇ ਗਲ ਲੱਗ ਸਕਦਾ ਹੈ। ਨਹੀਂ ਤੇ ਮਹਾਰਾਜ ਕਹਿੰਦੇ ਭਾਈ ਦੱਸੋ ਕਿਉਂ ਗਲ ਲੱਗਾ? ਧਾਏ ਕਿਵੇਂ ਗਲ ਲੱਗ ਸਕਦਾ? ਆਪਣੇ ਇਸ਼ਟ ਦੇ ਆਪਣੇ ਪਿਆਰੇ ਦੇ ਧਾ ਕੇ ਦੌੜ ਕੇ ਨਹੀਂ ਲੱਗ ਸਕਦਾ। ਭੈ ਕੇ ਚਰਨ ਕਰ ਭਾਵ ਕੇ। ਮਹਾਰਾਜ ਸੱਚੇ ਪਾਤਸ਼ਾਹ ਜੀ ਅਸੀਂ ਕਿਹੜੇ ਚਰਨ ਬਣਾਈਏ, ਹੋਰ ਦੱਸੋ ਕਿਰਪਾ ਕਰੋ। ਤੇ ਹਜੂਰ ਦੱਸਦੇ ਆ, ਮਹਾਰਾਜ ਕਹਿੰਦੇ ਭਾਈ ਆ ਪ੍ਰਤੱਖ ਪੈਰ ਨਹੀਂ, ਭੈ ਕੇ ਚਰਨ। ਜਿਹੜੇ ਚਰਨ ਹਨ ਨਾ, ਕਿਤੇ ਮਹਾਰਾਜ ਨੇ ਸਾਧ ਸੰਗਤ ਜੀ ਇਸ ਭੈ ਨੂੰ, ਭੈ ਬੇੜਾ ਜਿਉ ਚੜਾਊ, ਸਤਿਗੁਰਾਂ ਕਿਹਾ ਭੈ ਰੂਪੀ ਬੇੜਾ ਜਿਹੜਾ ਉਹ ਬਣਾਉਣਾ ਕਰੋ। ਇਹ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਆਖਿਆ। ਇੱਥੇ ਸਤਿਗੁਰੂ ਜੀ ਮਹਾਰਾਜ ਚਰਨ ਜਿਹੜੇ ਆ ਨਾ ਪੈਰ, ਉਹ ਮਹਾਰਾਜ ਕਹਿੰਦੇ ਭਾਈ ਭੈ ਦੇ ਬਣਾਉਣਾ ਕਰੋ। ਵਾਹਿਗੁਰੂ ਦਾ ਡਰ ਅੰਦਰ ਜਿਹੜਾ ਹੈ ਉਹ ਧਾਰਨ ਕਰਨਾ ਕਰ ਭਾਵ ਕੇ। ਭਾਵ ਜਿਹੜੀ ਸ਼ਰਧਾ ਹੈ, ਪ੍ਰੇਮ ਹੈ, ਇਹਦੇ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਹੱਥ ਬਣਾਉਣਾ ਕਰੋ। ਲੋਇਣ ਸੁਰਤ ਕਰੇ। ਤੇ ਜਿਹੜੀ ਸਤਿਗੁਰੂ ਜੀ ਕਹਿੰਦੇ ਲੋਇਣ ਅੱਖਾਂ ਹਨ ਨਾ, ਉਹ ਕਿਹੜੀਆਂ ਬਣਾਉਣੀਆਂ? ਸੁਰਤ ਦੀਆਂ, ਗਿਆਤ ਦੀਆਂ ਅੱਖਾਂ ਸਤਿਗੁਰੂ ਜੀ ਕਹਿੰਦੇ ਭਾਈ ਬਣਾਉਣੀਆਂ ਕਰੋ। ਜਿਹੜੀ ਸੁਰਤ ਅੰਦਰ ਜਗਾਉਣੀ ਹੈ, ਮਰੀ ਹੋਈ ਸੁਰਤ ਜਿਹੜੀ ਭਜਨ ਵੱਲੋਂ, ਵਾਹਿਗੁਰੂ ਦੀ ਪ੍ਰੀਤ ਵੱਲੋਂ, ਪਰਮੇਸ਼ਰ ਦੀ ਹੋਂਦ ਵੱਲੋਂ, ਮਹਾਰਾਜ ਕਹਿੰਦੇ ਉਹ ਸੁਰਤ ਸੁੱਤੀ ਪਈ ਜਗਾਉਣੀ ਜਿਹੜੀ ਹੈ ਨਾ, ਇਹ ਸਤਿਗੁਰੂ ਜੀ ਕਹਿੰਦੇ ਗੁਰਸਿੱਖੋ ਜਿਹੜੇ ਹੈ ਲੋਇਣ ਨੇਤਰ ਨੇ ਜਿਹੜੇ, ਇਹ ਸੁਰਤ ਦੇ ਗਿਆਤ ਦੇ ਮਹਾਰਾਜ ਕਹਿੰਦੇ ਭਾਈ ਬਣਾਉਣਾ ਕਰੋ, ਕਰਨਾ ਕਰੋ। ਨਾਨਕ ਕਹੈ ਸਿਆਣੀਏ। ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਹਜੂਰ ਗੁਰੂ ਨਾਨਕ ਸਾਹਿਬ ਦਾ ਦੂਸਰਾ ਸਰੂਪ ਸਤਿਗੁਰੂ ਜੀ ਕਹਿੰਦੇ ਹੈ ਸਿਆਣੀਏ ਜਗਿਆਸੂ ਰੂਪ ਇਸਤਰੀਏ। ਏਵ ਕੰਤ ਮਿਲਾਵਾ ਹੋ। ਇਸ ਤਰ੍ਹਾਂ ਮਹਾਰਾਜ ਕਹਿੰਦੇ ਭਾਈ ਕੰਤ ਪਤੀ ਦਾ ਮਿਲਾਵਾ ਮਿਲਾਪ ਹੋਵੇਗਾ। ਇਉਂ ਸੱਚੇ ਪਾਤਸ਼ਾਹ ਜੀ ਕਹਿੰਦੇ ਇਸ ਤਰ੍ਹਾਂ ਮਿਲਾਪ ਹੋ ਸਕਦਾ ਹੈ। ਇਹ ਗਰੀਬ ਨਿਵਾਜ ਸਤਿਗੁਰਾਂ ਜੀ ਨੂੰ ਪੁੱਛਿਆ ਸੀ ਨਾ ਮਹਾਰਾਜ ਕਿਵੇਂ ਮਿਲਣਾ ਹੋਵੇ ਪਰਮੇਸ਼ਰ ਨਾਲ। ਹਜੂਰ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਪ੍ਰਤੱਖ ਦੱਸਿਆ ਹੈ, ਨਾਨਕ ਕਹੈ ਸਿਆਣੀਏ ਏਵ ਕੰਤ ਮਿਲਾਵਾ ਹੋਏ। ਇਸ ਤਰ੍ਹਾਂ ਕੰਤ ਦਾ ਪਤੀ ਦਾ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਮਿਲਾਪ ਹੁੰਦਾ ਹੈ। ਵਾਹਿਗੁਰੂ ਵਿੱਚ ਸਾਧ ਸੰਗਤ ਜੀ ਫਿਰ ਉਹ ਭੇਦ ਹੋ ਜਾਂਦੇ ਐ। ਐਸੀ ਦਾਤ ਮਹਾਰਾਜ ਕਹਿੰਦੇ ਭਾਈ ਪ੍ਰਾਪਤ ਹੁੰਦੀ ਆ। ਪੌੜੀ ਦੁਆਰਾ ਹਜੂਰ ਫਰਮਾਉਂਦੇ ਹਨ, ਸਦਾ ਸਦਾ ਤੂੰ ਏਕ ਹੈ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੀ ਹੁਣ ਪੌੜੀ ਹੈ। ਸਤਿਗੁਰੂ ਜੀ ਕਹਿੰਦੇ ਨੇ, ਤੂੰ ਫਿਰ ਪੜ੍ਹਦੇ ਹੋ, ਸਦਾ ਸਦਾ ਤੂੰ ਏਕ ਹੈ। ਮਹਾਰਾਜ ਸਦਾ ਸਦਾ ਹਮੇਸ਼ਾ ਰਹਿਣ ਵਾਲਾ ਤੂੰ ਹੀ ਆ ਇੱਕੋ। ਬਾਕੀ ਤਾਂ ਮਹਾਰਾਜ ਆਉਂਦੇ ਐ, ਕੋਈ ਦੁਆਪਰ ਚ ਆਏ, ਕੋਈ ਤ੍ਰੇਤੇ ਚ ਆਏ ਚਲੇ ਗਏ ਮਹਾਰਾਜ, ਕੋਈ ਸਤਜੁਗ ਚ ਆਏ ਚਲੇ ਗਏ, ਹੁਣ ਕਲਯੁਗ ਚ ਆਏ ਚਲੇ ਗਏ। ਮਹਾਰਾਜ ਤੂੰ ਤਾਂ ਸਦਾ ਸਦਾ ਹੀ ਐ। ਸਤਜੁਗ ਚ ਵੀ ਤੂੰ ਹੀ ਸੀਗਾ ਮਹਾਰਾਜ, ਤ੍ਰੇਤੇ ਚ ਵੀ ਤੂੰ, ਦੁਆਪਰ ਚ ਵੀ ਤੂੰ, ਕਲਯੁਗ ਚ ਵੀ ਤੂੰ ਹੀ ਐ ਮਹਾਰਾਜ। ਤੂੰ ਸਦਾ ਸਦਾ ਹਮੇਸ਼ਾ ਹਮੇਸ਼ਾ ਵਾਸਤੇ ਤੂੰ ਸਦਾ ਸਲਾਮਤ ਨਿਰੰਕਾਰ ਸਦਾ ਰਹਿਣ ਵਾਲਾ ਹੈ। ਤੁਧ ਦੂਜਾ ਖੇਲ ਰਚਾਇਆ। ਇਹ ਮਹਾਰਾਜ ਜਿਹੜਾ ਦੂਜਾ ਹੈ ਨਾ, ਇਹ ਸੰਸਾਰ ਬਣਾਇਆ ਤੁਸਾਂ, ਖੇਲ ਰਚਾਤਾ ਮਹਾਰਾਜ। ਇਹ ਸਾਰੀ ਖੇਡ ਬਣਾ ਕਰਕੇ ਖਿਲਾਰ ਦਿੱਤੀ ਹੈ। ਕਠਪੁਤਲੀਆਂ ਦੀ ਤਰ੍ਹਾਂ ਮਹਾਰਾਜ ਇਹ ਜੀਵ ਨੱਚ ਰਹੇ ਆ। ਕਾਠ ਕੀ ਪੁੱਤਰੀ ਕਹਾਂ ਕਰੇ ਬਪਰੀ, ਖਿਲਾਵਨ ਹਾਰੋ ਜਾਣੈ। ਸੱਚੇ ਪਾਤਸ਼ਾਹ ਜੀ ਮਹਾਰਾਜ ਇਹ ਦੂਜਾ ਜਿਹੜਾ ਸੰਸਾਰ ਹੈ ਨਾ, ਇਹ ਮਹਾਰਾਜ ਤੁਸੀਂ ਇਹ ਖੇਲ ਹੀ ਆਪਣੀ ਪਸਾਰੀ ਹੋਈ ਹੈ। ਖੇਲ ਖੇਲ ਆ ਖੇਲ ਖੇਲ ਅਨੰਤ ਕੋ ਫਿਰ ਏਕ। ਇਹ ਮਹਾਰਾਜ ਤੁਸਾਂ ਖੇਲ ਜਿਹੜੀ ਹੈ ਸੰਸਾਰ ਦੀ ਖਿਲਾਰੀ ਹੈ। ਇਹ ਦੂਜਾ ਸੰਸਾਰ ਬਣਾ ਦਿੱਤਾ ਹੈ। ਦਵੈਤ ਭਾਵ ਨਾਲ ਹੀ ਦਿਖਦਾ ਨਾ, ਦੂਜੇ ਭਾਵ ਨਾਲ ਹੀ ਦਿਸਦਾ ਹੈ। ਜੇ ਦੂਜਾ ਭਾਵ ਮਿਟ ਜਾਵੇ ਤੇ ਫਿਰ ਸੰਸਾਰ ਸੰਸਾਰ ਨਹੀਂ ਦਿਸਦਾ। ਵਾਹਿਗੁਰੂ ਦਾ ਰੂਪ ਹੀ ਸਾਧ ਸੰਗਤ ਜੀ ਦਿਸਣ ਲੱਗ ਪੈਂਦਾ ਹੈ। ਫਿਰ ਲਹਿਰ ਨਹੀਂ ਦਿਸਦੀ, ਪਤਾ ਲੱਗ ਜਾਂਦਾ ਹੈ ਕਿ ਲਹਿਰ ਜਿਹੜੀ ਹੈ ਨਾ ਇਹਦੇ ਚ ਪਾਣੀ ਹੈ, ਪਤਾ ਲੱਗ ਜਾਂਦਾ ਹੈ। ਜਿਵੇਂ ਸੋਇਨਾ ਹੁੰਦਾ ਹੈ, ਉਹਦੇ ਵੇਖਣ ਨੂੰ ਹੀ ਤੇ ਗਹਿਣੇ ਹੈ। ਕੋਈ ਕਹਿੰਦਾ ਹੈ ਇਹ ਕੜਾ ਹੈ, ਕੋਈ ਕਹਿੰਦਾ ਛਾਪ ਹੈ, ਕੋਈ ਕਹਿੰਦਾ ਛੱਲਾ ਹੈ, ਕੋਈ ਕਹਿੰਦਾ ਹਾਰ ਹੈ, ਪਰ ਜਿਹੜਾ ਗਿਆਨਮਾਨ ਹੈ ਉਹ ਕਹਿੰਦਾ ਸੋਨਾ ਹੈ। ਇਸ ਤਰ੍ਹਾਂ ਸੱਚੇ ਪਾਤਸ਼ਾਹ ਜੀ ਮਹਾਰਾਜ ਇਹ ਤੁਹਾਡੀ ਖੇਲ ਹੀ ਹੈ ਮਹਾਰਾਜ ਰਚਾਈ ਹੋਈ ਸੰਸਾਰ ਦੀ। ਜਿਹਨੂੰ ਮਹਾਰਾਜ ਸੰਸਾਰ ਦਿਸਦਾ ਹੈ ਨਾ, ਉਹ ਦੂਜਾ ਭਾਵ ਮਹਾਰਾਜ ਅੰਦਰ ਪੈਦਾ ਕਰ ਦਿੱਤਾ ਹੈ। ਇਹ ਖੇਲ ਹੀ ਕਰਕੇ ਮਹਾਰਾਜ ਸਾਰੀ ਤੁਸਾਂ ਦਿਖਾਈ ਆ। ਹਉਮੈ ਗਰਭ ਉਪਾਇ ਕੈ। ਜੀਆਂ ਦੇ ਅੰਦਰ ਮਹਾਰਾਜ ਹਉਮੈ ਪੈਦਾ ਕਰ ਦਿੱਤੀ ਹੈ, ਗਰਭ ਹੰਕਾਰ ਪੈਦਾ ਕਰ ਦਿੱਤਾ ਹੈ। ਆਪਣੇ ਗੁਣ ਜਿਹੜੇ ਆ ਨਾ ਉਹ ਚੇਤੇ ਰਹਿੰਦੇ ਐ, ਔਗਣਾਂ ਨੂੰ ਜੀਵ ਚੇਤੇ ਹੀ ਨਹੀਂ ਕਰਦਾ ਹੈ। ਆਪਣੇ ਅੰਦਰ ਜਿਹੜੀਆਂ ਖਾਮੀਆਂ
ਉਹਦੇ ਵੱਲ ਮਨ ਧਿਆਨ ਹੀ ਨਹੀਂ ਜਾਣ ਦਿੰਦਾ। ਜਿਹੜੀਆਂ ਕੋਈ ਖੂਬੀਆਂ ਇੱਕ ਦੋ ਹੀ ਹੈ ਉਹ ਹੀ ਸਾਰੀਆਂ ਜਿਹੜੀਆਂ ਸਾਹਮਣੇ ਪ੍ਰਤੱਖ ਕਰ ਕਰਕੇ ਰੱਖਦਾ। ਐਸੀ ਹਉਮੈ ਅੰਦਰ ਜੀਆਂ ਦੇ ਮਹਾਰਾਜ ਪਾਤੀ ਆਪ ਨੇ, ਤੇ ਗਰਭ ਹੰਕਾਰ ਕਰਦਾ ਮਿਆਉਂਦਾ ਹੀ ਨਹੀਂ। ਜਿਹੜਾ ਹੈ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਕਿ ਜੋ ਅਸਮਾਨ ਨਾ ਮਾਵਈ ਤੇ ਨੱਕ ਨੱਥਾਂ ਪਾਹੇ, ਇਹੋ ਜਿਹਾ ਜਿਹੜਾ ਆਕਾਸ਼ ਤੱਕ ਨਹੀਂ ਮਿਆਉਂਦੇ। ਕਹਿੰਦੇ ਸਾਡੇ ਵਰਗਾ ਕੌਣ ਹੈ। ਇਹੋ ਜਿਹਾ ਸਮਾਂ ਆਉਂਦਾ ਜਦੋਂ ਮਹਾਰਾਜ ਫਿਰ ਨੱਕ ਵਿੱਚ ਨੱਥ ਲੰਘਾ ਦਿੰਦੇ ਆ, ਹੰਕਾਰ ਚਕਨਾ ਚੂਰ ਕਰ ਦਿੰਦੇ ਆ। ਮਹਾਰਾਜ ਫਰਮਾਉਂਦੇ ਹਨ, ਫਿਰ ਪੜ੍ਹਦੇ ਹੋ, ਹਉ ਮੈਂ ਗਰਭ ਉਪਾਇ ਕੈ। ਮਹਾਰਾਜ ਕਹਿੰਦੇ ਪੈਦਾ ਕਰ ਦਿੱਤਾ, ਉਪਾ ਦਿੱਤਾ ਜੀਆਂ ਦੇ ਅੰਦਰ, ਹਉਮੈ ਪੈਦਾ ਕਰ ਦਿੱਤੀ। ਆਪਣੇ ਗੁਣਾਂ ਦੀ ਹਉਮੈ ਫੁਰਦੀ ਹੈ। ਬਾਹਰੋਂ ਮਹਾਰਾਜ ਕਹਿੰਦੇ ਭਾਈ ਦੂਜਿਆਂ ਕੋਲੋਂ ਸਤਿਕਾਰ ਭਾਲਦਾ, ਹੰਕਾਰ ਕਰਦਾ ਹੈ ਬਹੁਤ ਜ਼ਿਆਦਾ। ਲੋਭ ਅੰਤਰ ਜਨਤਾ ਪਾਇਆ, ਤੇ ਲੋਭ ਮਹਾਰਾਜ ਕਹਿੰਦੇ ਭਾਈ ਪਾਤਾ। ਲੋਭ ਸਾਰੇ ਜੀਆਂ ਦੇ ਅੰਦਰ ਮਹਾਰਾਜ ਕਹਿੰਦੇ ਪਾਉਣਾ ਕੀਤਾ ਹੈ। ਲੋਭ ਦੇ ਵਸੀਕਾਰ ਹੀ ਸਾਧ ਸੰਗਤ ਜੀ ਇਹਨੂੰ ਜੀਵਨ ਦੀ ਲਾਲਸਾ ਬਣੀ ਰਹਿੰਦੀ ਹੈ। ਮਰਨ ਦੇ ਸਮੇਂ ਤੱਕ ਵੀ ਜਿਉਣਾ ਚਾਹੁੰਦਾ ਹੈ। ਇਸ ਤਰ੍ਹਾਂ ਮਹਾਰਾਜ ਕਹਿੰਦੇ ਭਾਈ ਲੋਭ ਦਾ ਬੱਝਾ ਹੋਇਆ ਸਦਾ ਹੀ ਹਰ ਵੇਲੇ ਤੁਰਿਆ ਹੀ ਰਹਿੰਦਾ ਹੈ। ਪਾਪਾਂ ਨੂੰ ਕਰਦਾ, ਥੱਕਦਾ ਹੀ ਨਹੀਂ, ਅੱਕਦਾ ਹੀ ਨਹੀਂ। ਇਹ ਮਹਾਰਾਜ ਕਹਿੰਦੇ ਲੋਭ ਦੇ ਅੰਦਰ ਜੀਆਂ ਨੂੰ ਮਹਾਰਾਜ ਨੇ ਲਾ ਦਿੱਤਾ ਹੈ। ਵਾਹਿਗੁਰੂ ਨੇ ਇਹੋ ਜਿਹਾ ਲੋਭ ਪਾਇਆ ਕਿ ਇਹਦੇ ਤੋਂ ਬਿਰਤੀ ਹਟਦੀ ਨਹੀਂ। ਇੱਕ ਜੋੜਦਾ ਹੈ, ਫਿਰ ਦੋ ਜੋੜਨ ਦੀ ਇੱਛਾ ਜਿਹੜੀ ਹੈ ਮਨ ਦੇ ਅੰਦਰ ਜਾਗਦੀ ਹੈ। ਫਿਰ 10 ਜੋੜਦਾ, ਰੱਜ ਹੀ ਨਹੀਂ ਆਉਂਦਾ। 100 ਕਰੋੜ ਲੱਖਾਂ ਇਸ ਪ੍ਰਕਾਰ ਰੱਜ ਨਹੀਂ ਮਹਾਰਾਜ ਕਹਿੰਦੇ ਆਉਂਦਾ। ਭਾਈ ਲੋਭ ਅੰਦਰ ਜਨਤਾ ਦੇ ਜੀਆਂ ਦੇ ਪਾ ਦਿੱਤਾ ਵਾਹਿਗੁਰੂ ਨੇ। ਜਿਉ ਭਾਵੈ ਤਿਉ ਰਖ ਤੂੰ। ਹੇ ਮੇਰੇ ਵਾਹਿਗੁਰੂ, ਜਿਵੇਂ ਤੈਨੂੰ ਭਾਉਂਦਾ ਹੈ ਨਾ ਤਿਵੇਂ ਮਹਾਰਾਜ ਸਾਡੀ ਰੱਖਿਆ ਕਰ ਲੈ। ਇਹ ਸਾਧ ਸੰਗਤ ਜੀ ਜਿਹੜੇ ਭਗਤ ਉਹ ਬੇਨਤੀਆਂ ਕਰਦੇ ਆ ਨਾ, ਵਾਹਿਗੁਰੂ ਜੀ ਫਿਰ ਉਹਨਾਂ ਨੂੰ ਲੋਭ ਤੋਂ ਬਚਾ ਲੈਂਦੇ ਆ। ਮਹਾਰਾਜ ਸਾਹਿਬ ਜੀ ਉਹਨਾਂ ਦੇ ਲੋਭ ਦੀ ਦਿਸ਼ਾ ਹੀ ਬਦਲ ਦਿੰਦੇ ਆ। ਪਹਿਲੋਂ ਤਾਂ ਲੋਭ ਸੀਗਾ ਸੰਸਾਰ ਦੇ ਪਦਾਰਥਾਂ ਦਾ, ਮਾਇਕੀ ਚੀਜ਼ਾਂ ਦਾ। ਸਾਧ ਸੰਗਤ ਜੀ ਫਿਰ ਲੋਭ ਉਹਨਾਂ ਦੇ ਅੰਦਰ ਆ ਜਾਂਦਾ ਵਾਹਿਗੁਰੂ ਦੇ ਨਾਮ ਦੇ ਜਪਣ ਦਾ ਤੇ ਸਤ ਸੰਗਤ ਦੇ ਕਰਨ ਦਾ। ਐਡਾ ਜ਼ਿਆਦਾ ਮਨ ਦੇ ਅੰਦਰ ਲਾਲਚ ਕਰਦੇ ਆ ਕਿ ਮਨਾ ਖਬਰੇ ਸਾਹ ਕਦੋਂ ਪੂਰੇ ਹੋ ਜਾਣੇ ਆ। ਬੰਦਗੀ ਕਰੀਏ, ਮਹਾਰਾਜ ਦੀ ਸਤ ਸੰਗਤ ਕਰੀਏ। ਇਉਂ ਸਾਧ ਸੰਗਤ ਜੀ ਵਾਹਿਗੁਰੂ ਦੇ ਜਿਹੜਾ ਹੈ ਦਇਆ ਨਾਲ ਉਹਨਾਂ ਨੂੰ ਇਹ ਦਾਤ ਪ੍ਰਾਪਤ ਹੁੰਦੀ ਹੈ। ਪਹਿਲਾਂ ਤਾਂ ਹੰਕਾਰ ਕਰਦੇ ਸੀਗੇ ਕਿ ਮੈਂ ਬੜਾ ਮਹਾਨ ਹਾਂ। ਫਿਰ ਇਹ ਹੰਕਾਰ ਦੀ ਦਿਸ਼ਾ ਵੀ ਬਦਲ ਜਾਂਦੀ ਹੈ। ਆਪਣੇ ਗੁਰੂ ਸਾਹਿਬ ਜੀ ਤੇ ਮਾਣ ਆ ਜਾਂਦਾ ਹੈ। ਤੂੰ ਮੇਰਾ ਬਹਮਾਨ ਕਰਤੇ, ਤੂੰ ਮੇਰਾ ਬਹਮਾਨ। ਮਹਾਰਾਜ ਮੇਰਾ ਕਾਹਦਾ ਮਾਣ ਹੈ ਸੱਚੇ ਪਾਤਸ਼ਾਹ, ਨਿਮਾਣਿਆਂ ਦੇ ਮਾਣ ਤਾਂ ਤੁਸੀਂ ਹੋ ਸੱਚੇ ਪਾਤਸ਼ਾਹ। ਆਪ ਸਰਬ ਕਲਾ ਸਮਰੱਥ ਹੋ, ਤੁਹਾਡੀ ਓਟ ਲਈ ਹੈ ਸੱਚੇ ਪਾਤਸ਼ਾਹ। ਫਿਰ ਜਦੋਂ ਮਹਾਰਾਜ ਦੀ ਓਟ ਇਉਂ ਲਈਏ ਸਤਿਗੁਰੂ ਉਹਨਾਂ ਦਾ ਹੰਕਾਰ ਹੀ ਗਵਾ ਦਿੰਦੇ ਆ ਗਰੀਬ ਨਵਾਜ। ਇਉਂ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਆ ਕਿ ਭਾਈ ਬੇਨਤੀਆਂ ਇਉਂ ਕਰਦੇ ਆ ਗੁਰਸਿੱਖ। ਜਿਉ ਭਾਵੈ ਤਿਉ ਰਖ ਤੂੰ। ਮਹਾਰਾਜ ਜਿਵੇਂ ਆਪ ਨੂੰ ਭਾਉਂਦਾ ਹੈ ਉਵੇਂ ਮਹਾਰਾਜ ਸਾਡੀ ਰੱਖਿਆ ਕਰ ਲਓ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਕਿਹਾ ਨਾ ਕਿ ਜਿਉ ਭਾਵੈ ਤਿਉ ਰਾਖ ਲੈ, ਹਮ ਸਰਣ ਪ੍ਰਭ ਆਏ ਰਾਮ ਰਾਜੇ। ਸੱਚੇ ਪਾਤਸ਼ਾਹ ਹਮ ਭੂਲ ਵਿਗਾੜੈ ਦਿਨ ਸਰਾਤ। ਮਹਾਰਾਜ ਅਸੀਂ ਤਾਂ ਰਾਤ ਦਿਨ ਭੁੱਲਾਂ ਕਰਦੇ ਆਂ, ਵਿਗਾੜ ਕਰਦੇ ਆਂ। ਸੱਚੇ ਪਾਤਸ਼ਾਹ ਜਿਉਂ ਆਪ ਨੂੰ ਭਾਉਂਦਾ ਤਿਵੇਂ ਮਹਾਰਾਜ ਸਾਡੀ ਰੱਖਿਆ ਕਰ ਲਓ। ਸਾਨੂੰ ਔਗਣਾਂ ਤੋਂ ਪਾਪਾਂ ਤੋਂ ਬਚਾ ਕੇ ਮਹਾਰਾਜ ਆਪ ਦੇ ਨਾਮ ਵੱਲ ਭਾਉ ਭਗਤੀ ਵੱਲ ਲਾ ਲਓ। ਸਭ ਕਰੇ ਤੇਰਾ ਕਰਾਇਆ। ਮਹਾਰਾਜ ਤੇਰਾ ਹੀ ਕਰਾਇਆ ਹੋਇਆ ਸਭ ਕਰ ਰਹੇ ਐ। ਜਿਵੇਂ ਜਿਵੇਂ ਆਪ ਹੁਕਮ ਕਰਦੇ ਹੋ ਮਹਾਰਾਜ ਸੱਚੇ ਪਾਤਸ਼ਾਹ, ਜਿਉਂ ਜਿਉਂ ਤੇਰਾ ਹੁਕਮ ਤਿਵੇਂ ਤਿਉਂ ਹੋਵਣਾ। ਉਵੇਂ ਮਹਾਰਾਜ ਸਾਹਿਬ ਜੀ ਹੁੰਦਾ ਤੇਰਾ ਕਰਾਇਆ ਹੋਇਆ ਹੀ ਜੀਵ ਸਾਰੇ ਕਰਮ ਕਰਦੇ ਆ। ਇਕ ਨਾ ਬਖਸ਼ਹਿ ਮੇਲ ਲੈ ਹੈ। ਇਹਨਾਂ ਦੇ ਗੁਨਾਹਾਂ ਨੂੰ ਮਹਾਰਾਜ ਆਪ ਬਖਸ਼ ਲੈਂਦੇ ਹੋ ਸੱਚੇ ਪਾਤਸ਼ਾਹ। ਜਿਹੜੇ ਇਉਂ ਬੇਨਤੀਆਂ ਕਰਦੇ ਰਹਿੰਦੇ ਆ ਨਾ ਤੇ ਸਾਧ ਸੰਗਤ ਜੀ ਇੱਕ ਫਿਰ ਸਮਾਂ ਆਉਂਦਾ ਜਦੋਂ ਮਹਾਰਾਜ ਸਾਰੇ ਗੁਨਾਹਾਂ ਨੂੰ ਬਖਸ਼ ਕਰਕੇ ਮਹਾਰਾਜ ਆਪਣੇ ਨਾਲ ਮੇਲ ਲੈਂਦੇ ਆ। ਜਦੋਂ ਮੇਲਣ ਦਾ ਵਕਤ ਆਉਂਦਾ ਨਾ ਫਿਰ ਮਹਾਰਾਜ ਗੁਨਾਹਾਂ ਨੂੰ ਨਹੀਂ ਵੇਖਦੇ। ਸੱਚੇ ਪਾਤਸ਼ਾਹ ਇੱਕ ਛਿਨ 'ਚ ਸਾਰੇ ਗੁਨਾਹ ਧੋ ਦਿੰਦੇ। ਮਹਾਰਾਜ ਏਡੇ ਸਮਰੱਥ ਹੈ। ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਇਕਨਾਂ ਨੂੰ ਤਾਂ ਮਹਾਰਾਜ ਆਪ ਆਪਣੀ ਬਖਸ਼ਿਸ਼ ਕਰਕੇ ਬਖਸ਼ ਲੈਨੇ ਹੋ ਤੇ ਆਪਣੇ ਨਾਲ ਮਹਾਰਾਜ ਮੇਲ ਲੈਨੇ ਹੋ। ਗੁਰਮਤਿ ਤੁਧੈ ਲਾਇਆ। ਹਾਂਜੀ ਫਿਰ ਪੜਿਓ।
ਗੁਰਮਤੀ ਤੁਧੈ ਲਾਇਆ। ਗੁਰਮਤੀ ਤੁਧੈ ਲਾਇਆ। ਸੱਚੇ ਪਾਤਸ਼ਾਹ ਜੀ ਮਹਾਰਾਜ ਜਿਨ੍ਹਾਂ ਨੇ ਆਪ ਜੀ ਨੇ ਗੁਰਮਤ ਗੁਰੂ ਸਿੱਖਿਆ ਮਹਾਰਾਜ ਬਖਸ਼ਿਸ਼ ਕਰ ਦਿੱਤੀ ਹੈ ਨਾ, ਉਹਨਾਂ ਨੂੰ ਤੁਸੀਂ ਮਹਾਰਾਜ ਆਪ ਹੀ ਲਾ ਲਿਆ ਹੈ ਆਪਣੇ ਪਿਆਰ ਵੱਲ। ਗੁਰੂ ਮਹਾਰਾਜ ਸਾਹਿਬ ਜੀ ਦੀ ਸਿੱਖਿਆ ਸੁਣਨੀ, ਮਹਾਰਾਜ ਦੀ ਸਿੱਖਿਆ ਨੂੰ ਕਮਾਉਣਾ, ਇਹ ਆਪਣੇ ਵਸ ਨਹੀਂ ਹੈ। ਵਾਹਿਗੁਰੂ ਕਿਰਪਾ ਕਰਕੇ ਸਾਧ ਸੰਗਤ ਜੀ ਇਹ ਕਰਾਉਂਦੇ ਹੈ। ਗੁਰਸਿੱਖਾਂ ਦੇ ਅੰਦਰ ਇਸੇ ਕਰਕੇ ਇੰਨੇ ਗੁਣ ਹੋਣ ਕਿ ਹੰਕਾਰ ਨਹੀਂ ਆਉਂਦਾ। ਐਡੇ ਮਹਾਰਾਜ ਦੇ ਗੁਣਾਂ ਨਾਲ ਭਰਪੂਰ ਹੁੰਦੇ ਐ, ਜਾਣਦੇ ਐ ਕਿ ਸਭ ਗੁਣ ਤੇਰੇ, ਮੈਂ ਨਾਹੀਂ ਕੋਏ। ਮਹਾਰਾਜ ਮੈਂ ਕੀ ਆ, ਮੈਂ ਤਾਂ ਕੁਛ ਵੀ ਨਹੀਂ। ਸੱਚੇ ਪਾਤਸ਼ਾਹ ਸਾਰੇ ਗੁਣ ਤੁਹਾਡੇ ਹੀ ਬਖਸ਼ਿਸ਼ ਕੀਤੇ ਹੋਏ ਐ। ਇਉਂ ਗੁਰਮਤੀ ਮਹਾਰਾਜ ਕਹਿੰਦੇ ਭਾਈ ਜਿਨ੍ਹਾਂ ਨੂੰ ਗੁਰਮਤ ਦਿੱਤੀ ਹੈ ਨਾ, ਗੁਰਸਿੱਖਾਂ ਨੂੰ ਗੁਰਸਿੱਖਿਆ ਪ੍ਰਾਪਤ ਹੋ ਗਈ ਹੈ, ਮਹਾਰਾਜ ਤੂੰ ਆਪ ਹੀ ਲਾਇਆ ਹੈ ਉਹਨਾਂ ਨੂੰ ਸਿੱਖਿਆ ਵੱਲ ਵੀ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਵਾਹਿਗੁਰੂ ਤੁਸੀਂ ਆਪ ਹੀ ਪ੍ਰੇਰ ਕਰਕੇ ਗੁਰਮਤ ਦੇ ਨਾਲ ਲਾ ਦਿੱਤਾ ਏ। ਇੱਕ ਖੜੇ ਕਰਹਿ ਤੇਰੀ ਚਾਕਰੀ। ਇੱਕ ਐਸੇ ਹੈ ਮਹਾਰਾਜ ਜਿਹੜੇ ਸਮੈਧ ਚਿੱਤ ਹੋ ਕਰਕੇ, ਇਕਾਗਰ ਚਿੱਤ ਹੋ ਕਰਕੇ ਹੇ ਵਾਹਿਗੁਰੂ ਤੇਰੀ ਚਾਕਰੀ ਕਰਦੇ ਆ, ਹਰ ਵੇਲੇ ਸਨਮੁਖ ਰਹਿੰਦੇ ਆ, ਕਦੇ ਵੀ ਬੇਮੁਖ ਨਹੀਂ ਹੁੰਦੇ। ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਸਿੱਖ ਸੀ ਭਾਈ ਝੰਡਾ ਜੀ, ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਕਿਹਾ ਸੀ ਭਾਈ ਝੰਡਿਆ ਥੰਮ ਜਾ, ਤੇ ਉੱਥੇ ਹੀ ਖਲੋ ਗਏ, ਇੱਕ ਲੱਤ ਉੱਪਰ ਰਹਿ ਗਈ ਤੇ ਭਾਈ ਝੰਡਾ ਸਾਰੀ ਰਾਤ ਹੀ ਖਲੋਤੇ ਰਹੇ। ਹਜੂਰ ਨੇ ਇਹੋ ਜੀ ਪਰਖ ਦੀ ਘੜੀ ਪਾਈ। ਅਗਲੇ ਦਿਨ ਦੀਵਾਨ ਸਜਾਇਆ, ਪੁੱਛਿਆ ਭਾਈ ਝੰਡਾ ਕਿੱਥੇ ਹੈ? ਚੋਜ ਸੀ ਸੱਚੇ ਪਾਤਸ਼ਾਹ ਦੇ। ਕਿਹਾ ਮਹਾਰਾਜ ਉਹ ਤਾਂ ਉੱਥੇ ਹੀ ਕਹੇ ਤੁਸੀਂ ਕਿ ਥੰਮ ਜਾ। ਭਾਈ ਝੰਡਾ ਨਿਸ਼ਾਨ ਸਾਹਿਬ ਪਕੜਨ ਦੀ ਸੇਵਾ ਕਰਦੇ ਹੁੰਦੇ ਸੀਗੇ। ਹਜੂਰ ਬੜੀ ਕਾਹਲੀ ਨਾਲ ਚੱਲਦੇ ਹੋਏ ਸਤਿਗੁਰੂ ਜੀ ਆਏ। ਮਹਾਰਾਜ ਕਹਿੰਦੇ ਭਾਈ ਝੰਡਿਆ ਤੂੰ ਇੱਥੇ ਹੀ ਖਲੋਤਾ ਹੈ, ਮਹਾਰਾਜ ਤੁਸੀਂ ਥੰਮ ਜਾਣ ਦਾ ਹੁਕਮ ਦਿੱਤਾ ਸੀਗਾ। ਉਵੇਂ ਹੀ ਇੱਕ ਲੱਤ ਉੱਪਰ ਚੱਕੀ ਹੋਈ, ਇੱਕ ਲੱਤ ਦੇ ਭਾਰ ਹੀ ਨਿਸ਼ਾਨ ਸਾਹਿਬ ਹੱਥਾਂ ਵਿੱਚ ਲੈ ਕੇ ਭਾਈ ਝੰਡਾ ਖੜਾ ਹੈ। ਸਮੈਧ ਚਿੱਤ ਖੜੇ ਰਹਿੰਦੇ ਹੈ, ਮਨ ਦੀ ਇਕਾਗਰਤਾ ਸਤਿਗੁਰਾਂ ਵਿੱਚ ਰੱਖਦੇ ਹੈ, ਕਿਸੇ ਹੋਰ ਵੱਲ ਧਿਆਨ ਹੀ ਨਹੀਂ ਦਿੰਦੇ। ਇਉਂ ਮਹਾਰਾਜ ਉਹਨਾਂ ਦੇ ਧਿਆਨ ਨੂੰ ਸਾਧ ਸੰਗਤ ਜੀ ਇੰਨਾ ਇਕਾਗਰ ਕਰ ਦਿੰਦੇ ਹੈ ਕਿ ਮਹਾਰਾਜ ਦੀ ਚਾਕਰੀ ਵਿੱਚ, ਨੌਕਰੀ ਵਿੱਚ ਹੀ ਹਰ ਵੇਲੇ ਲੱਗੇ ਰਹਿੰਦੇ ਹੈ। ਜਿਵੇਂ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਆਪ ਕੀਤੀ, ਸੱਚੇ ਪਾਤਸ਼ਾਹ ਨੇ ਪੂਰੇ ਗੁਰੂ ਜੀ ਦੀ ਚਾਕਰੀ ਖੜੇ ਰਹਿ ਕਰਕੇ ਹਰ ਵੇਲੇ ਮਹਾਰਾਜ ਦੇ ਸਨਮੁਖ, ਹਰ ਵੇਲੇ ਸਤਿਗੁਰੂ ਜੀ ਨੂੰ ਸਤ ਬਚਨ, ਮਹਾਰਾਜ ਜੋ ਹੁਕਮ ਕਰਨਾ ਸਤਿਗੁਰੂ ਜੀ ਦੀ ਆਗਿਆ ਦਾ ਉਸੇ ਵੇਲੇ ਪਾਲਣ ਕਰਨਾ। ਇਹ ਮਹਾਰਾਜ ਕਹਿੰਦੇ ਇੱਕ ਖੜੇ ਕਰੇ ਤੇਰੀ ਚਾਕਰੀ। ਹੇ ਵਾਹਿਗੁਰੂ ਇੱਕ ਇਕਾਗਰ ਮਨ ਦੇ ਨਾਲ, ਪ੍ਰੀਤ ਵਾਲੇ ਮਨ ਦੇ ਨਾਲ ਤੇਰੀ ਮਹਾਰਾਜ ਪ੍ਰੀਤ ਰੂਪੀ ਚਾਕਰੀ ਕਰਦੇ ਆ। ਮਹਾਰਾਜ ਇਉਂ ਤੇਰੇ ਘਰ ਦਾ ਹੁਕਮ ਮੰਨਣ ਰੂਪੀ ਚਾਕਰੀ ਜਿਹੜੀ ਆ ਕਰਦੇ ਆ। ਵਿਣ ਨਾਵੈ ਹੋਰ ਨਾ ਪਾਇਆ। ਨਾਮ ਤੋਂ ਬਿਨਾਂ ਉਹਨਾਂ ਨੂੰ ਹੋਰ ਕੁਝ ਵੀ ਨਹੀਂ ਪਾਇਆ, ਕੁਝ ਵੀ ਨਹੀਂ ਚੰਗਾ ਲੱਗਦਾ। ਕਈ ਕੁਝ ਦਿੱਤਾ, ਕਹਿੰਦੇ ਨਹੀਂ ਇਹ ਵੀ ਨਹੀਂ, ਸਾਨੂੰ ਕੁਝ ਨਹੀਂ ਪਾਉਂਦਾ। ਗੁਰੂ ਮਹਾਰਾਜ ਜਦੋਂ ਗੁਰਿਆਈ ਤਖਤ ਗੁਰੂ ਅੰਗਦ ਸਾਹਿਬ ਜੀ ਨੂੰ ਦਿੱਤਾ, ਸਾਰੀਆਂ ਸ਼ਕਤੀਆਂ ਅੱਖਾਂ ਨਾਲ ਤੱਕ ਲਈਆਂ ਗੁਰੂ ਅੰਗਦ ਸਾਹਿਬ ਜੀ ਮਹਾਰਾਜ, ਤੇ ਮਹਾਰਾਜ ਆਖਿਆ ਮਹਾਰਾਜ ਸਾਨੂੰ ਨਹੀਂ ਇਹ ਚਾਹੀਦੀਆਂ। ਹਜੂਰ ਨੇ ਕਿਹਾ ਤੁਹਾਡੀ ਤਾਬਿਆ 'ਚ ਰਹਿਣਗੀਆਂ, ਤੁਹਾਡੀ ਮਰਜ਼ੀ, ਇਹਨਾਂ ਨੂੰ ਵਰਤਿਓ ਚਾਹੇ ਨਾ ਵਰਤਿਓ। ਮਹਾਰਾਜ ਨੂੰ ਭਾਈਆਂ ਹੀ ਨਹੀਂ, ਸਤਿਗੁਰਾਂ ਕਦੇ ਨਹੀਂ ਵਰਤੀਆਂ ਗਰੀਬ ਨਵਾਜ। ਇੰਨਾ ਸਤਿਗੁਰਾਂ ਨੇ ਅਜਰ ਸ਼ਕਤੀ ਨੂੰ ਜਰਿਆ ਸੱਚੇ ਪਾਤਸ਼ਾਹ ਨੇ। ਬਿਨ ਨਾਵੈ ਅਵਰ ਨਾ ਪਾਇਆ, ਨਾਮ ਤੋਂ ਬਿਨਾਂ ਹੋਰ ਮਹਾਰਾਜ ਨੂੰ ਕੁਝ ਵੀ ਨਹੀਂ ਪਾਇਆ। ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਪ੍ਰਤਾਪ ਕਰਕੇ ਫਿਰ ਵੀ ਸਾਧ ਸੰਗਤ ਜੀ ਇਹ ਨਾਮ ਦੀ ਪ੍ਰਬਲ ਸ਼ਕਤੀ ਸੀ ਕਿ ਹਜੂਰ ਦੇ ਦਰਸ਼ਨ ਕਰ ਕਰਕੇ ਰੋਗੀ ਰਾਜੀ ਹੋ ਜਾਂਦੇ ਸੀਗੇ। ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ। ਇਹ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਪਿਆਰ ਦੀ ਅਵਸਥਾ ਹਜੂਰ ਫਰਮਾਉਂਦੇ ਹਨ। ਹੋਰ ਕਾਰ ਬੇਕਾਰ ਹੈ, ਬਿਨ ਨਾਵੈ ਹੋਰ ਨਾ ਪਾਇਆ। ਹੋਰ ਕੁਝ ਵੀ ਉਹਨਾਂ ਨੂੰ, ਹੋਰ ਸੰਸਾਰ ਹੈ, ਹੋਰ ਰਸ ਕਸ ਹਨ। ਮਹਾਰਾਜ ਕਹਿੰਦੇ ਹੋਰ ਕੁਝ ਵੀ ਉਹਨਾਂ ਨੂੰ ਭਾਈ ਪਾਇਆ ਹੀ ਨਹੀਂ, ਚੰਗਾ ਹੀ ਨਹੀਂ ਲੱਗਦਾ ਨਾਮ ਤੋਂ ਬਿਨਾਂ। ਨਾਮ ਹੀ ਮਹਾਰਾਜ ਕਹਿੰਦੇ ਭਾਈ ਐਸਾ ਭਾ ਗਿਆ ਕਿ ਸਾਰੇ ਪਦਾਰਥ, ਸਾਰੇ ਰਸ, ਸਾਰੇ ਸੁੱਖ ਨਾਮ ਚੋਂ ਹੀ ਉਹਨਾਂ ਨੇ ਪਾ ਲਏ, ਤ੍ਰਿਪਤ ਹੋ ਗਏ। ਹੋਰ ਕਾਰ ਬੇਕਾਰ ਹੈ। ਮਹਾਰਾਜ ਕਹਿੰਦੇ ਭਾਈ ਨਾਮ ਜਪਣ ਤੋਂ ਬਿਨਾਂ ਜਿਹੜੀਆਂ ਹੋਰ ਕਾਰਾਂ ਕਰਨੀਆਂ ਨਾ, ਸਾਰੀਆਂ ਸਤਿਗੁਰੂ ਜੀ ਕਹਿੰਦੇ ਬੇਕਾਰ ਹੀ ਹੈ ਭਾਈ, ਇਹ ਤਾਂ ਖਰਾਬ ਹੀ ਕਰਨ ਵਾਲੀਆਂ ਹਨ। ਵੇਖ ਲਓ ਨਾਮ ਤੋਂ ਬਿਨਾਂ ਜਿਹੜੇ ਹੋਰ ਕੰਮਾਂ ਵਿੱਚ ਲੱਗੇ ਹੋਏ ਆ, ਸਤਿਗੁਰੂ ਜੀ ਕਹਿੰਦੇ ਭਾਈ ਇੱਕ ਨਾਮ ਜਪਣ ਤੋਂ ਬਿਨਾਂ ਜਿਹੜੀਆਂ ਕਾਰਾਂ ਕਰਨੀਆਂ ਹਨ, ਸਾਰੀਆਂ ਮਹਾਰਾਜ ਕਹਿੰਦੇ ਭਾਈ ਵਿਅਰਥ ਹੀ ਹਨ। ਇੱਕ ਸੱਚੀ ਕਾਰ ਹੈ ਲਾਇਆ। ਧੰਨ ਮਹਾਰਾਜ ਜਿਨ੍ਹਾਂ ਨੂੰ ਇੱਕ ਆਪ ਜੀ ਨੇ ਆਪਣੀ ਸੱਚੀ ਕਾਰ ਨਾਮ ਜਪਣ ਦੀ ਕਾਰ ਵਿੱਚ ਲਾ ਲਿਆ ਹੈ, ਆਪਣੀ ਸੇਵਾ ਦੀ ਕਾਰ ਵਿੱਚ ਲਾ ਲਿਆ ਹੈ।
ਧਾਨੀ ਹਨ ਉਹ ਗੁਰਸਿੱਖ ਜਿਨ੍ਹਾਂ ਨੂੰ ਮਹਾਰਾਜ ਆਪਣੇ ਕੋਲ ਹੀ ਆਪ ਨੇ ਰੱਖ ਲਿਆ। ਸੱਚੇ ਪਾਤਸ਼ਾਹ ਜੀ ਮਹਾਰਾਜ ਜਿਨ੍ਹਾਂ ਨੂੰ ਨਾਮ ਜਪਣ ਦੀ ਕਾਰ ਵਿੱਚ ਤੁਸਾਂ ਲਾਇਆ ਏ। ਪੁੱਤ ਕਲਤ ਕੁਟੰਬ ਹੈ। ਸਤਿਗੁਰੂ ਜੀ ਕਹਿੰਦੇ ਭਾਈ ਜਿਹੜਾ ਇਸ ਪ੍ਰਕਾਰ ਪੂ ਨਰਕਾਂ ਤੋਂ ਕਹਿੰਦੇ ਤਾਰਨ ਵਾਲਾ ਪੂਤ ਜਿਹੜਾ ਨਰਕਾਂ ਤੋਂ ਤਾਰਨ ਵਾਲਾ ਕਹਿੰਦੇ ਪੁੱਤਰ ਹੋਵੇ ਨਾ ਫਿਰ ਕਿਹੜੇ ਆ ਵੀ ਉਹ ਇਹ ਪਿੱਤਰ ਦੰਡ ਲੱਥ ਜਾਂਦਾ ਹੈ। ਇਸ ਪ੍ਰਕਾਰ ਕਹਿੰਦੇ ਪੁੱਤਰ ਨਰਕਾਂ ਤੋਂ ਬਚਾਉਣ ਵਾਲਾ ਹੈ। ਪਰ ਮਹਾਰਾਜ ਸਾਹਿਬ ਜੀ ਕਹਿੰਦੇ ਭਾਈ ਨਰਕਾਂ ਤੋਂ ਰੱਖਿਆ ਕਰਨ ਵਾਲਾ ਤਾਂ ਮਹਾਰਾਜ ਦਾ ਨਾਮ ਹੀ ਹੈ। ਹਜੂਰ ਫਰਮਾਉਂਦੇ ਹਨ ਪੁੱਤ ਕਲਤ ਕੁਟੰਬ ਹੈ। ਮਹਾਰਾਜ ਕਹਿੰਦੇ ਪੁੱਤਰ ਹੈ ਕਲਤ ਕਲ ਧਾਤੂ ਨੂੰ ਧਾਰਨ ਕਰਨ ਵਾਲੀ ਇਸਤਰੀ ਹੈ ਤੇ ਕੁਟੰਬ ਜਿਹੜਾ ਇਸਤਰੀ ਤੋਂ ਵਧਿਆ ਹੋਇਆ ਸਾਰਾ ਪਰਿਵਾਰ ਹੈ। ਇੱਕ ਅਲਿਪਤ ਰਹਿ ਜੋ ਤੁਧ ਭਾਇਆ। ਜੋ ਵਾਹਿਗੁਰੂ ਤੈਨੂੰ ਭਾਇਆ ਭਾ ਗਏ ਹੈ ਨਾ ਮਹਾਰਾਜ ਜਿਨ੍ਹਾਂ ਦੀ ਸ਼ਰਧਾ ਭਾ ਗਈ ਹੈ ਮਹਾਰਾਜ ਉਹ ਪੁੱਤਰ ਇਸਤਰੀ ਅਤੇ ਸਾਰੇ ਪਰਿਵਾਰ ਦੇ ਅੰਦਰ ਅਲਿਪਤ ਰਹਿੰਦੇ ਆ ਨਿਰਲੇਪ ਰਹਿੰਦੇ ਆ। ਪਰਿਵਾਰ ਵਿੱਚ ਰਹਿੰਦੇ ਹੋਏ ਵੀ ਇਉਂ ਰਹਿੰਦੇ ਜਿਉਂ ਕਮਲ ਰਹਿ ਵਿੱਚ ਪਾਣੀ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਹਾ ਨਾ ਕਿ ਨਾਨਕ ਸਤਿਗੁਰ ਭੇਟਿਆ ਪੂਰੀ ਹੋਵੇ ਜੁਗਤ ਹਸੰਦਿਆਂ ਖੇਲੰਦਿਆਂ ਪੈਨੰਦਿਆਂ ਖਾਵੰਦਿਆਂ ਵਿੱਚੇ ਹੋਵੇ ਮੁਕਤ। ਇਉਂ ਉਹਨਾਂ ਨੂੰ ਇਹ ਦਾਤ ਪ੍ਰਾਪਤ ਹੋਈ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਜਿਨ੍ਹਾਂ ਨੂੰ ਮਹਾਰਾਜ ਆਪਦੀ ਪ੍ਰੀਤੀ ਲਾ ਦਿੱਤੀ ਹੈ ਨਾ ਉਹਨਾਂ ਨੂੰ ਮਹਾਰਾਜ ਪੁੱਤਰ ਦਾ ਮੋਹ ਨਹੀਂ ਚਿੰਬੜਦਾ ਰਹਿੰਦੇ ਪੁੱਤਰਾਂ ਧੀਆਂ 'ਚ ਹੀ ਹੈ। ਤੇ ਇਸਤਰੀ ਦੇ ਇਸ ਪ੍ਰਕਾਰ ਵਿਸ਼ੇ ਆਨੰਦ ਵਿੱਚ ਨਹੀਂ ਖੁੱਬੇ ਰਹਿੰਦੇ ਇਸਤਰੀ ਕੋਲ ਹੀ ਆ ਭਾਵੇਂ ਪਰਿਵਾਰ ਦੀਆਂ ਖਿਲਬਿਲੀਆਂ ਵਿੱਚ ਨਹੀਂ ਲੱਗੇ ਰਹਿੰਦੇ ਤਾਂ ਵੀ ਅੰਮ੍ਰਿਤ ਵੇਲੇ ਉੱਠ ਕੇ ਭਜਨ ਕਰਦੇ ਐ ਸਤ ਸੰਗਤ ਕਰਦੇ ਐ ਦਸਾਂ ਨੌਹਾਂ ਦੀ ਕਿਰਤ ਕਰਕੇ ਦਸਵੰਧ ਕੱਢਦੇ ਐ। ਇਉਂ ਪਰਿਵਾਰ ਦੇ ਵਿੱਚ ਹੀ ਨਹੀਂ ਲੱਗੇ ਰਹਿੰਦੇ ਪਰਿਵਾਰ 'ਚ ਹੀ ਐ। ਪਰ ਮਹਾਰਾਜ ਕਹਿੰਦੇ ਜਿਹੜੇ ਤੈਨੂੰ ਭਾ ਗਏ ਨਾ ਵਾਹਿਗੁਰੂ ਉਹ ਪਰਿਵਾਰ 'ਚ ਰਹਿੰਦੇ ਹੀ ਪਰਿਵਾਰ ਤੋਂ ਅਲਿਪਤ ਹੋ ਜਾਂਦੇ ਭਾਵ ਨਿਰਲੇਪ ਹੋ ਜਾਂਦੇ ਐ। ਰਹਿੰਦੇ ਤਾਂ ਉੱਥੇ ਹੀ ਐ ਪਰ ਮਹਾਰਾਜ ਕਹਿੰਦੇ ਨਿਰਲੇਪ ਰਹਿੰਦੇ ਹਨ ਪਰਿਵਾਰ ਦੇ ਰਸਾਂ ਕਸਾਂ ਤੋਂ ਹਾਸਿਆਂ ਖੇਡਿਆਂ ਤੋਂ। ਇਹ ਨਹੀਂ ਕਿ ਉਹ ਹੱਸਦੇ ਖੇਡਦੇ ਨਹੀਂ। ਬਹੁਤ ਸਾਧ ਸੰਗਤ ਜੀ ਜੋ ਰੱਬ ਦੇ ਪਿਆਰੇ ਹੱਸਦੇ ਖੇਡਦੇ ਕਈ ਇਉਂ ਕਹਿੰਦੇ ਅੰਮ੍ਰਿਤ ਛਕ ਲਿਆ ਤੇ ਫਿਰ ਕਿੱਥੋਂ ਹੱਸਾ ਖੇਡਾਂਗੇ ਇਸ ਕਰਕੇ ਅੰਮ੍ਰਿਤ ਨਹੀਂ ਛਕਣਾ ਆਖੇ। ਤੇ ਸਾਧ ਸੰਗਤ ਜੀ ਇਉਂ ਕਈ ਜਾਣਦੇ ਸਮਝਦੇ ਸ਼ਾਇਦ ਮੁੜ ਕੇ ਉਦਾਸ ਹੀ ਹੋ ਕੇ ਇੱਕ ਥਾਂ ਤੇ ਸ਼ਾਇਦ ਬੈਠੇ ਰਹਿਣਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਭਗਤ ਜਿਹੋ ਜਿਹਾ ਸਾਧ ਸੰਗਤ ਜੀ ਹੱਸਦੇ ਖੇਡਦੇ ਆਨੰਦ ਲੈਂਦੇ ਆ ਇਹੋ ਜਿਹਾ ਆਨੰਦ ਤਾਂ ਕੋਈ ਵੀ ਨਹੀਂ ਸੰਸਾਰੀ ਜੀ ਪ੍ਰਾਪਤ ਕਰਦਾ। ਉਹ ਕੀ ਹਾਸੇ ਖੇਡੇ ਆ ਕਿ ਘੜੀ ਹੱਸ ਖੇਡ ਲਿਆ ਫਿਰ ਚਿੰਤਾਵਾਂ ਝੋਰੇ ਉਹ ਕਾਹਦਾ ਹਾਸਾ ਹੈ। ਉਹ ਤਾਂ ਸਾਧ ਸੰਗਤ ਜੀ ਐਵੇਂ ਘੜੀ ਪਲ ਆਪਣੇ ਮਨ ਨੂੰ ਹੀ ਧਰਵਾਸ ਦੇਣ ਵਾਲੀਆਂ ਗੱਲਾਂ ਕਈ ਚੁਟਕਲੇ ਬੜੇ ਸੁਣਦੇ ਆ ਤੇ ਬਹੁਤ ਜ਼ਿਆਦਾ ਆਖੇ ਜੀ ਮਨ ਫਰੈਸ਼ ਰਹਿੰਦਾ ਹੈ। ਇਹਦੇ ਨਾਲ ਮਨ ਕੀ ਫਰੈਸ਼ ਰਹਿਣਾ ਚਿੰਤਾਵਾਂ ਝੋਰੇ ਚੁਟਕਲਿਆਂ ਦੇ ਸੁਣਨ ਨਾਲ ਨਹੀਂ ਹਟਦੇ। ਵਾਹਿਗੁਰੂ ਦੇ ਭਜਨ ਨਾਲ ਹੀ ਸਾਧ ਸੰਗਤ ਜੀ ਚਿੰਤਾਵਾਂ ਤੇ ਝੋਰਿਆਂ ਦਾ ਨਾਸ਼ ਹੁੰਦਾ ਹੈ। ਸਤਿਗੁਰੂ ਜੀ ਕਹਿੰਦੇ ਰਹਿੰਦੇ ਤਾਂ ਭਾਈ ਉਹ ਪਰਿਵਾਰ ਦੀਆਂ ਖੁਸ਼ੀਆਂ ਦੇ ਅੰਦਰ ਹੀ ਹੈ ਸਾਰਿਆਂ ਚੀਜ਼ਾਂ ਨੂੰ ਵੇਖਦੇ ਐ ਭੋਗਦੇ ਐ ਪਰ ਮਨ ਕਰਕੇ ਨਿਰਲੇਪ ਰਹਿੰਦੇ ਐ। ਮਨ ਕਰਕੇ ਸਦਾ ਹੀ ਭਾਈ ਭੁਖਾਰੀ ਜੀ ਵਾਂਗੂ ਇਹੀ ਸੋਚਦੇ ਆ ਸੰਸਾਰ ਮਿੱਥਿਆ ਇਸ ਨੂੰ ਛੱਡ ਕੇ ਚਲੇ ਹੀ ਜਾਣਾ ਹੈ। ਭਾਈ ਭੁਖਾਰੀ ਜੀ ਵੇਖੋ ਪੁੱਤਰ ਦੇ ਚੜ੍ਹਾਈ ਕਰ ਜਾਣ ਦਾ ਵੀ ਪਤਾ ਸੀ ਤੇ ਵਿਆਹ ਦੀਆਂ ਖੁਸ਼ੀਆਂ ਵਿੱਚ ਵੀ ਪੂਰੇ ਐਨ ਸ਼ਾਮਲ ਹੋ ਰਹੇ ਸੀ। ਬਰਾਤ ਤੇ ਗਏ ਬੜੀਆਂ ਖੁਸ਼ੀਆਂ ਕੀਤੀਆਂ। ਅਗਲੇ ਦਿਨ ਅਰਥੀ ਉੱਠੀ ਤੇ ਉਹੋ ਹੀ ਜਿਹੜੀਆਂ ਸਫਾਵਾਂ ਪਹਿਲੋਂ ਸੀ ਰਹੇ ਸੀ ਵਿਛਾਉਣ ਲੱਗ ਪਏ। ਭਾਈ ਗੁਰਮੁਖ ਜਿਹੜੇ ਗਏ ਸੀ ਅੰਮ੍ਰਿਤਸਰ ਸਾਹਿਬ ਤੋਂ ਗੁਰੂ ਅਰਜਨ ਸਾਹਿਬ ਜੀ ਦੇ ਭੇਜੇ ਹੋਏ ਭਾਈ ਗੁਰਮੁਖ ਜੀ ਨੇ ਕਿਹਾ ਕਿ ਭਾਈ ਭੁਖਾਰੀ ਜੀ ਤੁਹਾਨੂੰ ਪਤਾ ਸੀ? ਕਹਿੰਦੇ ਹਾਂ ਪਤਾ ਸੀਗਾ ਭਾਈ ਗੁਰਮੁਖਾ। ਮਹਾਰਾਜ ਸੱਚੇ ਪਾਤਸ਼ਾਹ ਵੇਖੋ ਏਡੀ ਉਹਨਾਂ ਨੂੰ ਸਾਧ ਸੰਗਤ ਜੀ ਨਿਰਲੇਪਤਾ ਦਿੱਤੀ ਹੋਈ ਹੈ ਕਿ ਪੁੱਤਰ ਦੀਆਂ ਵਿਆਹ ਦੀਆਂ ਖੁਸ਼ੀਆਂ ਵਿੱਚ ਅਰਥੀ ਦੀ ਉਸ ਸਾਧ ਸੰਗਤ ਜੀ ਗਮੀ ਦੇ ਅੰਦਰ ਉਹਨਾਂ ਦੀ ਇੱਕੇ ਜੀ ਅਵਸਥਾ ਹੈ। ਮਹਾਰਾਜ ਸਾਹਿਬ ਜੀ ਆ ਜਿਨ੍ਹਾਂ ਨੂੰ ਬਖਸ਼ਦੇ ਆ ਸਾਧ ਸੰਗਤ ਜੀ ਗੱਲਾਂ ਨਾਲ ਜਾਂ ਸੁਣਨ ਨਾਲ ਨਹੀਂ ਪ੍ਰਾਪਤ ਹੁੰਦੀ। ਇਹ ਤਾਂ ਕਮਾਈ ਨਾਲ ਹੀ ਹੈ ਸਤਿਗੁਰੂ ਦੀ ਮਿਹਰ ਨਾਲ ਹੈ। ਜਿਹਨੂੰ ਸਤਿਗੁਰੂ ਜੀ ਇੱਕ ਜੀ ਅਵਸਥਾ ਸੰਸਾਰ ਸੁਪਨੇ ਦੀ ਨਿਆਈ ਖੇਡ ਦਿਖਾ ਦਿੰਦੇ ਆ ਨਾ ਉਹਨਾਂ ਨੂੰ ਇਹ ਭੇਦ ਖੁੱਲ ਜਾਂਦਾ ਹੈ। ਹਜੂਰ ਕਹਿੰਦੇ ਕਿ ਅਲਿਪਤ ਰਹਿੰਦੇ ਆ ਨਿਰਲੇਪ ਰਹਿੰਦੇ ਵਾਹਿਗੁਰੂ ਤੇਰੇ ਪਿਆਰ 'ਚ ਭਿੱਜੇ ਰਹਿੰਦੇ ਆ ਚਾਹੇ ਪਰਿਵਾਰ 'ਚ ਰਹਿਣ ਪਰਿਵਾਰ ਦੇ ਤੋਂ ਵਧੇ ਹੋਏ ਇਸਤਰੀ ਤੇ ਪੁੱਤਰ ਦੇ ਅੰਦਰ ਮਹਾਰਾਜ ਕਹਿੰਦੇ ਭਾਵੇਂ ਉਹਨਾਂ 'ਚ ਰਹਿਣ ਪਰ ਤੇਰੇ ਵਿੱਚ ਹੀ ਰਹਿੰਦੇ ਸਦਾ ਉਹ ਤੇ ਤੇਰੇ ਪਿਆਰ 'ਚ ਭਿੱਜੇ ਰਹਿੰਦੇ ਆ ਪਰਿਵਾਰ ਦੇ ਮੋਹ ਤੋਂ ਨਿਰਲੇਪ ਰਹਿੰਦੇ ਹਨ। ਓਹੇ ਅੰਦਰੋਂ ਬਾਹਰੋਂ ਨਿਰਮਲੇ ਹਜੂਰ ਕਹਿੰਦੇ ਭਾਈ ਵੇਖੋ ਅੰਦਰੋਂ ਵੀ ਤੇ ਬਾਹਰੋਂ ਵੀ ਨਿਰਮਲ ਹੀ ਹਨ ਪਵਿੱਤਰ ਹੀ ਹਨ।
ਧਨ ਹੈ ਐਸਾ ਗ੍ਰਸਤੀ। ਸੱਚੇ ਪਾਤਸ਼ਾਹ ਜੀ ਮਹਾਰਾਜ ਆਖਿਆ ਕਿ ਅੰਦਰੋਂ ਵੀ ਨਿਰਮਲ ਵੈ, ਬਾਹਰੋਂ ਵੀ ਮਹਾਰਾਜ ਕਹਿੰਦੇ ਭਾਈਓ ਨਿਰਮਲ ਹਨ, ਪਵਿੱਤਰ ਹਨ। ਸੱਚੇ ਨਾਏ ਸਮਾਇਆ। ਸੱਚੇ ਨਾਮ ਵਿੱਚ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਉਹਨਾਂ ਨੂੰ ਸਮਾਇਆ ਜਿਹੜਾ ਨਾ ਉਹਨਾਂ ਦਾ ਚਿੱਤ ਹਰ ਵੇਲੇ ਰਹਿੰਦਾ ਹੈ। ਸੱਚੇ ਨਾਮ ਦੇ ਅੰਦਰ ਮਹਾਰਾਜ ਕਹਿੰਦੇ ਉਹਨਾਂ ਨੂੰ ਸਮਾ ਜਾਣ ਦੀ ਦਾਤ ਜਿਹੜੀ ਆ ਉਹ ਪ੍ਰਾਪਤ ਹੋਈ ਹੈ। ਫਿਰ ਪੂਰੀ ਪੰਕਤੀ ਪੜੋ। ਓਹੇ ਅੰਦਰੋਂ ਬਾਹਰੋਂ ਨਿਰਮਲੇ। ਮਹਾਰਾਜ ਕਹਿੰਦੇ ਭਾਈ ਅੰਦਰੋਂ ਵੀ ਤੇ ਬਾਹਰੋਂ ਵੀ ਉਹ ਨਿਰਮਲ ਪਵਿੱਤਰ ਹਨ। ਸਾਧ ਸੰਗਤ ਜੀ ਬਾਹਰੋਂ ਉਹਨਾਂ ਦਾ ਸਰੀਰ ਪਵਿੱਤਰ ਹੈ ਵਾਹਿਗੁਰੂ ਦੀ ਨਾਮ ਦੇ ਬਰਕਤ ਕਰਕੇ, ਅੰਦਰੋਂ ਉਹਨਾਂ ਦਾ ਮਹਾਰਾਜ ਕਹਿੰਦੇ ਮਨ ਪਵਿੱਤਰ ਹੈ ਵਾਹਿਗੁਰੂ ਦੇ ਨਾਮ ਵਿੱਚ ਜੁੜੇ ਰਹਿਣ ਕਰਕੇ। ਸੱਚੇ ਨਾਏ ਸਮਾਇਆ। ਸੱਚੇ ਨਾਮ ਵਿੱਚ ਹੀ ਸਦਾ ਅੰਦਰੋਂ ਬਾਹਰੋਂ ਸਮਾਏ ਰਹਿੰਦੇ ਆ, ਅਭੇਦ ਰਹਿੰਦੇ ਹਨ। ਸ਼ਲੋਕ ਮਹੱਲਾ ਪਹਿਲਾ। ਤੋ ਸਾਧ ਸੰਗਤ ਜੀ ਇੱਥੇ ਪੌੜੀ ਸੰਪੂਰਨ ਹੋਈ ਹੈ। ਅਗਲਾ ਸ਼ਬਦ ਆਰੰਭ ਕਰਾਂਗੇ, ਸਮਾਂ ਵੱਧ ਲੱਗੇਗਾ। ਤੋ ਸਤਿਗੁਰਾਂ ਜੀ ਨੇ ਰਹਿਮਤ ਕੀਤੀ ਹੈ। ਸਮਾਂ ਭਾਵੇਂ ਸਾਧ ਸੰਗਤ ਜੀ ਇਹ ਬੜਾ ਨਾਜ਼ੁਕ ਹੈ। ਮੈਂ ਕੱਲ ਨੂੰ ਸੋ ਇਸ ਦੀ ਬਾਬਤ ਜ਼ਰੂਰ ਕੁਝ ਬੇਨਤੀ ਕਰਾਂਗਾ ਕਿ ਜਿਹੋ ਜਿਹੇ ਹਾਲਾਤ ਹੁਣ ਚੱਲ ਰਹੇ ਆ, ਕਿਉਂਕਿ ਹਜੂਰ ਸਾਹਿਬ ਵੱਲ ਸਭ ਦੀ ਨਿਗਾਹ ਲੱਗੀ ਹੋਈ ਹੈ ਕਿ ਖਬਰੇ ਉੱਥੇ ਕੀ ਹੋਇਆ ਹੈ, ਤੇ ਉੱਥੇ ਖਬਰੇ ਇਉਂ ਕਰੋਨਾ ਸਾਰਿਆਂ ਨੂੰ ਚਿੰਬੜਿਆ ਹੋਇਆ ਹੈ। ਇਹੋ ਜੀ ਕੋਈ ਗੱਲ ਨਹੀਂ ਹੈ ਸਾਧ ਸੰਗਤ ਜੀ। ਸਤਿਗੁਰਾਂ ਦੀ ਬੜੀ ਰਹਿਮਤ ਹੈ। ਸੱਚੇ ਪਾਤਸ਼ਾਹ ਜੀ ਦੇ ਦਰੋਂ ਘਰੋਂ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦਾ ਦਰ ਹੈ, ਜਿੱਥੋਂ ਚੜ੍ਹਦੀ ਕਲਾ ਵੀ ਮਹਾਰਾਜ ਸਾਹਿਬ ਜੀ ਤੋਂ ਪੁੱਛ ਕੇ ਚੱਲਦੀ ਹੈ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਦਾ ਐਸਾ ਪਵਿੱਤਰ ਦਰ, ਤੇ ਕਿਸੇ ਨੂੰ ਸਾਧ ਸੰਗਤ ਜੀ ਇਹਦੇ ਬਾਰੇ ਕੋਈ ਅਫਵਾਹਾਂ ਉਡਾਉਂਦਾ ਜੋ ਕਿਸੇ ਪ੍ਰਕਾਰ ਦੀਆਂ ਗੱਲਾਂ, ਤੇ ਉਹਦੇ ਤੋਂ ਗੁਰੇਜ਼ ਕਰਨਾ ਚਾਹੀਦਾ। ਅੱਜ ਸਰੋਤਾ ਵੀ ਮੇਰੇ ਖਿਆਲ ਸਾਹਮਣੇ ਕੋਈ ਨਹੀਂ ਬੈਠਣ ਦਿੱਤਾ। ਕੋਈ ਇੱਕ ਦੋ ਸਰੋਤਾ ਬਹਿ ਜਾਵੇ ਤੇ ਫਿਰ ਜਿਹੜਾ ਹੈ ਉਹ ਕਥਾ ਕਰਨੀ ਸੌਖੀ ਹੁੰਦੀ ਹੈ। ਸਰੋਤਾ ਸਾਹਮਣੇ ਜੁੜਿਆ ਉਹਦੇ ਨਾਲ ਬਲ ਬੜਾ ਮਿਲਦਾ ਹੈ। ਇਸ ਕਰਕੇ ਦੋ ਚਾਰ ਜਿਹੜੇ ਸਿੰਘ ਅੰਦਰ ਰਹਿੰਦੇ ਆ ਉਹ ਤਾਂ ਭਾਈ ਸਾਹਮਣੇ ਬੈਠ ਸਕਦੇ, ਕਿਉਂਕਿ ਬਾਹਰੋਂ ਆਉਣਾ ਸਭ ਦਾ ਵਰਜਿਤ ਕੀਤਾ। ਅੰਦਰਲੇ ਸਿੰਘ ਤਾਂ ਸਾਹਮਣੇ ਭਾਈ ਜੋ ਹੈ ਥੋੜੇ ਜਿਹੇ ਫਰਕ ਨਾਲ ਜਿਵੇਂ ਅੱਗੇ ਬਹਿੰਦੇ ਰਹੇ ਹੋ, ਇਸ ਤਰ੍ਹਾਂ ਅੰਦਰ ਇੱਕ ਦੋ ਸਿੰਘ ਜ਼ਰੂਰ ਭਾਈ ਮਹਾਰਾਜ ਦੇ ਸਾਹਮਣੇ ਬੈਠਿਆ ਕਰੋ। ਸਤਿਗੁਰੂ ਜੀ ਰਹਿਮਤ ਕਰਨ। ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਵਿੱਤਰ ਉਪਦੇਸ਼ ਹਿਰਦੇ 'ਚ ਵਸੇ ਹੋਈਆਂ ਭੁੱਲਾਂ ਬਖਸ਼ ਲੈਣੀਆਂ ਜੀ। ਪੁੱਤ ਕਲਤ ਕੁਟੰਬ ਹੈ, ਇੱਕ ਅਲਿਪਤ ਰਹਿ ਜੋ ਤੁਧ ਭਾਇਆ। ਓਹੇ ਅੰਦਰਹੁ ਬਾਹਰਹੁ ਨਿਰਮਲੇ, ਸੱਚੈ ਨਾਏ ਸਮਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਅਚੁੱਤ ਹੈ ਪਾਰ ਬ੍ਰਹਮ, ਅਬਿਨਾਸ਼ੀ ਆਗ